ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਘੇਰਾ ਪਿਆ ਸੀ। ਉਸ ਤੋਂ ਬਾਅਦ ਦਾ ਇਤਿਹਾਸ ਕਿੱਧਰ ਨੂੰ ਤੁਰਿਆ ਸਾਨੂੰ ਸਾਰਿਆਂ ਨੂੰ ਪਤਾ ਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੋਂ ਜਾਂਦੇ ਹੋਏ ਨੰਦੇੜ ਤੱਕ ਪਹੁੰਚੇ ਅਤੇ ਨੰਦੇੜ 'ਚ ਉਹਨਾਂ ਨੂੰ ਮਿਲਿਆ ਬੰਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਮੁੜ ਪੰਜਾਬ ਦੀ ਧਰਤੀ ਵੱਲ ਨੂੰ ਕਿਉਂ ਭੇਜਦੇ ਨੇ? ਕਿਉਂਕਿ ਇਸ ਧਰਤੀ ਤੇ ਸਾਡਾ ਪਾਤਸ਼ਾਹੀ ਦਾਵਾ ਆ। ਪਾਤਸ਼ਾਹੀ ਦਾਵਾ ਆ ਕਿਉਂਕਿ ਸਾਡੀ ਹੋਂਦ ਦਾ ਮੁੱਢਲਾ ਸਰੋਤ ਇੱਥੇ ਪਿਆ। ਇਹ ਇੱਕ ਸੰਕਟ ਹੈ। ਇਹ ਸੰਕਟ ਇਤਿਹਾਸ ਦਰ ਇਤਿਹਾਸ ਇਸ ਦੌਰ ਦੇ ਅੰਦਰ ਭਵਿੱਖ ਦੇ ਵਿੱਚ ਪਹੁੰਚਦੇ ਹੋਏ ਵੀ ਸਾਡੇ ਸਾਹਮਣੇ ਮੁੜ ਪੇਸ਼ ਹੋਏਗਾ ਅਤੇ ਮੁੜ ਇਹ ਵੱਡੀ ਚੁਣੌਤੀ ਵੀ ਹੋਏਗੀ ਅਤੇ ਸਾਡੀ ਜ਼ਿੰਮੇਵਾਰੀ ਵੀ ਹੋਏਗੀ ਕਿ ਫਿਰ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਮੁੜ ਆਪਣੀ ਪੰਜਾਬ ਦੀ ਇਸ ਹੋਂਦ ਲਈ ਆ ਕੇ ਖੜਾ ਕੌਣ ਹੁੰਦਾ ਹੈ। 1947 ਨੂੰ ਕਹਿੰਦੇ ਨੇ ਕਿ ਦੇਸ਼ ਆਜ਼ਾਦ ਹੋਇਆ। 75 ਸਾਲ ਹੋ ਗਏ ਨੇ, ਪਰ ਉਸ ਆਜ਼ਾਦੀ ਦੇ ਨਾਲ ਸਾਡਾ ਉਜਾੜਾ ਵੀ ਹੋਇਆ। ਉਜਾੜਾ ਸਿਰਫ ਜ਼ਮੀਨਾਂ ਦਾ ਨਹੀਂ ਸੀ, ਉਸ ਦੇ ਵਿੱਚ 10 ਲੱਖ ਤੋਂ ਉੱਪਰ ਸਾਡੇ ਪਰਿਵਾਰ ਉਜੜੇ, ਮਰੇ ਅਤੇ ਕਿੰਨੀਆਂ ਹੀ ਭੈਣਾਂ ਬੇਪਤ ਹੋਈਆਂ। ਅਸੀਂ ਆਪਣਾ ਗਵਾਂਢ ਭੁਲਾਇਆ, ਉਸ ਦੇ ਨਾਲ ਹੀ ਅਸੀਂ ਆਪਣੀ ਜ਼ੁਬਾਨ ਭੁਲਾਈ, ਜ਼ੁਬਾਨ ਵੀ ਵੰਡੀ ਗਈ। ਕੁਝ ਵਿਦਵਾਨ ਕਹਿੰਦੇ ਨੇ ਕਿ ਜ਼ੁਬਾਨ ਵੰਡੀ ਨਹੀਂ ਜਾ ਸਕਦੀ, ਪਰ ਜ਼ੁਬਾਨ ਨੂੰ ਇੱਕ ਵੱਡਾ ਆਸਰਾ ਚਾਹੀਦਾ ਹੈ ਅਤੇ ਉਹ ਆਸਰਾ ਅਸੀਂ ਹੀ ਖੜਾ ਕਰਨਾ ਹੈ। ਪਰ ਇਸ ਦੌਰ ਦੇ ਅੰਦਰ ਆਉਂਦੇ ਕੀ ਹੋ ਰਿਹਾ ਕਿ ਜਦੋਂ ਮਾਵਾਂ ਨੂੰ ਵੇਖਦੇ ਹਾਂ ਤੇ ਮਾਵਾਂ ਬਹੁਤ ਸਾਰੇ ਸ਼ਬਦਾਂ ਨੂੰ ਇਸ ਕਰਕੇ ਵਿਸਾਰ ਜਾਂਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਸ਼ਬਦ ਬੋਲਣ ਲੱਗਿਆਂ ਸਾਨੂੰ ਹੱਤਕ ਮਹਿਸੂਸ ਹੋਏਗੀ। ਆਪਣੀ ਹੀ ਹੋਂਦ, ਆਪਣੀ ਹੀ ਜ਼ੁਬਾਨ, ਆਪਣੇ ਹੀ ਅੰਦਾਜ਼ ਦੇ ਪ੍ਰਤੀ ਜਦੋਂ ਸਾਡੀ ਹੀਨਤਾ ਮਹਿਸੂਸ ਹੋਣੀ ਸ਼ੁਰੂ ਹੋ ਜਾਵੇ ਤਾਂ ਵੱਡੀ ਗੜਬੜ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਆਪਾਂ ਇੱਥੇ ਕਰਾਂਗੇ। ਜਿਸ ਥਾਂ ਦੇ ਉੱਤੇ ਇੰਟਰਵਿਊ ਕਰ ਰਹੇ ਹਾਂ ਇਹ ਚੱਪੜਚਿੜੀ ਦੀ ਸਮਾਰਕ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਤਸ਼ਾਹੀ ਦਾਵਾ ਪ੍ਰਗਟ ਕਰਦਿਆਂ ਇੱਥੇ ਲੜਾਈ ਲੜੀ। ਇਹ ਹੋਂਦ ਦੀ ਲੜਾਈ ਸੀ। ਖੰਭ ਦੇਣੇ ਚਾਹੀਦੇ ਬੱਚਿਆਂ ਨੂੰ। ਮੇਰੇ ਮਾਪਿਆਂ ਨੇ ਵੀ ਖੰਭ ਦਿੱਤੇ ਕਿ ਤੁਸੀਂ ਉਡਾਰੀ ਮਾਰ ਕੇ ਜਿੱਥੇ ਜਾਣਾ ਜਾਓ, ਪਰ ਫਿਰ ਵਾਪਸ ਆਉਣ ਵਾਸਤੇ ਵੀ ਤੇ ਇੱਕ ਘਰ ਹੋਣਾ ਚਾਹੀਦਾ ਹੈ। ਪੰਛੀ ਦਾ ਇੱਕ ਆਲਣਾ ਹੁੰਦਾ ਹੈ, ਉਹ ਵਾਪਸ ਉੱਥੇ ਮੁੜ ਕੇ ਆਉਂਦਾ ਹੈ। ਪੰਜਾਬ ਮੇਰਾ ਆਲਣਾ ਹੈ, ਪੰਜਾਬ ਮੇਰੀ ਠਾਰ ਹੈ। ਇਸ ਥਾਂ ਦੇ ਉੱਤੇ ਅੱਜ ਸਾਡੇ ਨਾਲ ਭੈਣ ਜੀ ਗੁਰਮੀਤ ਕੌਰ ਹੋਣੀ ਪਹੁੰਚੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਸਾਡੇ ਦੀ ਅਨਮਿਊਟ ਤੇ ਪੰਜਾਬ ਦੇ ਵਿੱਚ ਵੀ ਨਿੱਕੇ ਜਿਹੇ ਟੂਰ ਦੇ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚੇ ਹੋ। ਮੇਰਾ ਸੁਭਾਗ ਤੁਹਾਡੇ ਨਾਲ ਗੱਲਬਾਤ ਕਰਨ ਦਾ। ਫੋਨ ਤੇ ਆਪਾਂ ਕਰਦੇ ਰਹਿੰਦੇ ਹਾਂ, ਪਰ ਪਹਿਲੀ ਵਾਰੀ ਕੈਮਰੇ ਸ਼ਿਕਾਇਤ ਕਰ ਰਹੇ ਹੋ ਤੁਸੀਂ। ਮੇਰੇ ਯਾਦ ਹੈ ਕਿ 7ਵੀਂ ਜਮਾਤ ਦੀ ਗੱਲ ਹੈ, ਮੈਂ ਜਵਾਹਰ ਨਵੋਦਿਆ ਵਿਦਿਆਲਿਆ 'ਚ ਪੜ੍ਹਿਆ। ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ। ਅੱਛਾ। ਤੇ ਪਿੰਡਾਂ ਦੇ ਵਿੱਚ ਉਹ ਸਕੂਲ ਦੀ ਬਹੁਤ ਚਰਚਾ ਹੁੰਦੀ ਆ। ਅੱਛਾ। ਮੇਰੇ ਨਾਨਕੇ ਪ੍ਰੋਗਰਾਮ ਸੀ। ਮੈਂ ਆਪਣੀ ਮਾਮੀ ਨੂੰ ਕਿਹਾ ਕਿ ਮਾਮੀ ਗੰਢਾ ਦਈਂ, ਤੇ ਮੇਰੀ ਮਾਮੀ ਨੇ ਬਾਕਾਇਦਾ ਮੇਰੇ ਪਿਓ ਤੱਕ ਸ਼ਿਕਾਇਤ ਕੀਤੀ ਕਿ ਤੁਹਾਡਾ ਮੁੰਡਾ ਏਡੇ ਵੱਡੇ ਸਕੂਲ 'ਚ ਪੜ੍ਹਦਾ ਆ, ਇਹਨੂੰ ਕਹੋ ਵੀ ਗੰਢਾ ਨਾ ਕਿਹਾ ਕਰੇ, ਪਿਆਜ਼ ਕਿਹਾ ਕਰੇ। ਇਸ ਤਰ੍ਹਾਂ ਦਾ ਤੁਹਾਡੇ ਸਾਹਮਣੇ ਵੀ ਬਹੁਤ ਕੁਝ ਆਉਂਦਾ ਹੋਣਾ। ਹਾਂਜੀ, ਕੱਲ੍ਹ ਹੀ ਅਸੀਂ ਰੋਟੀ ਖਾਂਦੇ ਸੀਗੇ ਤੇ ਸਿਮਰਨ ਨੇ ਪਿਆਜ਼ ਮੰਗਵਾਇਆ। ਮੈਂ ਕਿਹਾ ਕਿ ਤੂੰ ਪਿਆਜ਼ ਨਾ ਮੰਗਵਾ, ਉਹ ਤੇ ਹਿੰਦੁਸਤਾਨ ਤੋਂ ਆਊਗਾ, ਤੂੰ ਗੰਢਾ ਮੰਗਵਾ, ਮੈਂ ਲੋਕਲ ਖਾਣਾ ਮੁਕਾਮੀ ਖਾਣਾ ਚਾਹੁੰਦੀ ਹਾਂ। ਹੱਸਣ ਲੱਗਿਆ। ਸੁਨੇਹਾ ਸਮਝ ਗਿਆ ਸੀ ਮੇਰਾ। ਬਿਲਕੁਲ ਬਿਲਕੁਲ। ਅਮਰੀਕਾ ਦੇ ਵਿੱਚ, ਫਿਰ ਕੈਨੇਡਾ ਦੇ ਵਿੱਚ ਬੈਠੇ ਹੋ, ਇੱਥੋਂ ਤੁਸੀਂ ਯੂਪੀ ਤੋਂ ਗਏ। ਯੂਪੀ ਮੈਂ ਜੰਮੀ ਸਾਂ, ਪਰ ਮੈਂ ਮਹੀਨੇ ਦੀ ਸੀ ਤੇ ਮੇਰੇ ਮਾਤਾ ਪਿਤਾ MP ਇੰਦੌਰ ਚਲੇ ਗਏ ਸੀਗੇ ਰੁਜ਼ਗਾਰ ਦੀ ਭਾਲ ਵਿੱਚ। 47 ਤੋਂ ਉਜੜੇ, ਕਿੱਥੇ ਵੀ ਠਾਰ ਨਾ ਮਿਲੀ, ਇੱਥੋਂ ਦੀ ਇੱਥੇ ਭਟਕਦੇ ਰਹੇ। ਪਹਿਲਾਂ ਪੰਜਾਬ, ਫਿਰ ਕਾਨਪੁਰ, ਫਿਰ ਪੰਜਾਬ, ਫਿਰ MP, ਫਿਰ ਅਮਰੀਕਾ। ਫਿਰ ਮੈਂ ਅਮਰੀਕਾ ਪੜ੍ਹਨ ਗਈ 91 ਵਿੱਚ, ਅਤੇ
ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਇੱਥੇ ਮੁਕੰਮਲ ਕਰਕੇ ਫਿਰ ਅੱਗੇ ਉੱਥੇ ਪੜ੍ਹਨਗੀ, ਮਾਸਟਰਸ ਕਰਨ 84 ਦੇ ਬਾਅਦ। ਅਤੇ ਫਿਰ 3 ਸਾਲਾਂ ਤੋਂ ਕੈਨੇਡਾ ਹੈ। ਪੰਜਾਬ ਨਾਲ ਤੁਹਾਡਾ ਉਸ ਤਰ੍ਹਾਂ ਹੀ ਸਾਂਝ ਨਹੀਂ ਹੈ, ਫਿਰ ਵੀ ਤੁਸੀਂ ਪੰਜਾਬ ਨਾਲ ਆਪਣੀ ਸਾਂਝ ਦਾ ਦਾਅਵਾ ਕਿਉਂ ਪੇਸ਼ ਕਰਦੇ ਹੋ? ਮੈਂ ਇਹਦੇ ਦਾਅਵਾ ਪਿੱਛੇ ਕੀ ਨਹੀਂ ਹੈ? ਪੇਸ਼ ਕਰਦੀ ਹਾਂ, ਇਹ ਮੇਰੀ ਭੁੱਖ ਹੈ, ਇਹ ਮੇਰੀ ਭੁੱਖ ਹੈ, ਮੇਰੀ ਪਿਆਸ ਹੈ, ਮੇਰੀ ਖੋਜ ਹੈ, ਮੇਰੀ ਰੂਹ ਦੀ ਤਾਂਘ ਹੈ। ਪੰਜਾਬ ਨਾਲ ਮੇਰੀ ਰੂਹ ਜੁੜੀ ਹੋਈ ਹੈ। ਮੈਂ ਦਾਅਵਾ ਤੇ ਕਿਸੇ ਚੀਜ਼ ਦਾ ਪੇਸ਼ ਕਰਨ ਜੋਗੀ ਨਹੀਂ ਹਾਂ। ਮੈਂ 3 ਪੀੜ੍ਹੀਆਂ ਤੋਂ ਪੰਜਾਬ ਤੋਂ ਦੂਰ ਹਾਂ। ਮਾਂ ਵੀ ਪੰਜਾਬ ਤੋਂ ਬਾਹਰ ਜੰਮੀ, ਮੈਂ ਵੀ ਪੰਜਾਬ ਤੋਂ ਬਾਹਰ ਜੰਮੀ। ਨਾਨੀ ਦਾਦੀ ਨੂੰ ਪੰਜਾਬ ਤੋਂ ਵਿਛੋੜਾ ਪੈ ਗਿਆ। ਧੀ ਮੇਰੀ ਜਿਹੜੀ ਹੈ, ਮੇਰਾ ਪੁੱਤ ਹੈ, ਉਹ 4ਥੀ ਪੀੜ੍ਹੀ ਪੰਜਾਬ ਤੋਂ ਬਾਹਰ ਨੇ। ਪਰ ਅਸੀਂ ਪੰਜਾਬੀ ਦੇ ਨਾਲ ਉਸ ਕਦਰ ਜੁੜੇ ਹੋਏ ਹਾਂ, ਬੜੇ ਦਰਦ ਦੇ ਨਾਲ ਜੁੜੇ ਹੋਏ ਹਾਂ। ਸੋ ਪੰਜਾਬ ਦੇ ਨਾਲ ਮੇਰਾ ਦਰਦ ਦਾ ਰਿਸ਼ਤਾ ਹੈ। ਨਹੀਂ, ਦਾਅਵਾ ਤੇ ਮੁਹੱਬਤ ਦਾ ਹੀ ਹੈ। ਜਿਵੇਂ ਮੁਹੱਬਤ ਦਾ ਤੇ ਦਰਦ ਦਾ। ਕਿਸਾਨੀ ਸੰਘਰਸ਼ ਜਦੋਂ ਹੋਇਆ ਤੇ ਆਸਟ੍ਰੇਲੀਆ ਬੈਠੇ ਬਹੁਤ ਸਾਰੇ ਅਜਿਹੇ ਦੋਸਤ ਮਿੱਤਰਾਂ ਨਾਲ ਗੱਲ ਹੋਈ ਜਿਹੜੇ ਹਰਿਆਣੇ ਦੇ ਸਨ। ਹਾਂਜੀ। ਤੇ ਉਹ ਵੀ ਹਰਿਆਣੇ ਦੇ ਹੋ ਕੇ ਵੀ ਇਹ ਕਹਿੰਦੇ ਸੀ ਵੀ ਇਹ ਸਾਡਾ ਪੰਜਾਬ ਲਈ ਸੰਘਰਸ਼ ਹੈ। ਬਿਲਕੁਲ ਬਿਲਕੁਲ। ਤੇ ਇਹ ਕੀ ਹੈ ਤੰਦ? ਤੁਸੀਂ ਕੀ ਮਹਿਸੂਸ ਕਰਦੇ ਹੋ? ਪੰਜਾਬ ਮੈਨੂੰ ਲੱਗਦਾ ਸਾਡੀ ਰੂਹ ਵਿੱਚ ਵਸਦਾ, ਸਾਡੇ ਖੂਨ ਵਿੱਚ ਵਸਦਾ ਹੈ। ਸਾਡੀ ਹੋਂਦ ਹੈ ਪੰਜਾਬ, ਪੰਜਾਬੀਅਤ। ਤੇ ਹੋਂਦ ਤੋਂ ਵਿਛੜ ਕੇ ਭਾਵੇਂ ਬੰਦਾ ਕਿੱਥੇ ਚਲੇ ਜਾਏ, ਉਹ ਸੁਖੀ ਨਹੀਂ ਰਹਿ ਸਕਦਾ। ਜਿਵੇਂ ਕਿ ਜੜ ਤੋਂ ਇੱਕ ਰੁੱਖ ਨੂੰ ਅਲਾਦਾ ਕਰ ਦਿੱਤਾ ਜਾਏ ਤਾਂ ਉਹ ਸੁੱਕੀ ਜਾਂਦਾ ਹੈ। ਸੋ ਖੰਭ ਦੇਣੇ ਚਾਹੀਦੇ ਬੱਚਿਆਂ ਨੂੰ। ਮੇਰੇ ਮਾਪਿਆਂ ਨੇ ਵੀ ਖੰਭ ਦਿੱਤੇ ਕਿ ਤੁਸੀਂ ਉਡਾਰੀ ਮਾਰ ਕੇ ਜਿੱਥੇ ਜਾਣਾ ਜਾਓ, ਪਰ ਫਿਰ ਵਾਪਸ ਆਉਣ ਵਾਸਤੇ ਵੀ ਤਾਂ ਇੱਕ ਘਰ ਹੋਣਾ ਚਾਹੀਦਾ ਹੈ। ਪੰਛੀ ਦਾ ਇੱਕ ਆਲਣਾ ਹੁੰਦਾ ਹੈ, ਉਹ ਵਾਪਸ ਉੱਥੇ ਮੁੜ ਕੇ ਆਉਂਦਾ ਹੈ। ਪੰਜਾਬ ਮੇਰਾ ਆਲਣਾ ਹੈ, ਪੰਜਾਬ ਮੇਰੀ ਠਾਰ ਹੈ। ਉਹ ਮੈਂ ਬਹੁਤ ਪਹਿਲਾਂ ਇੱਕ ਵਾਕਿਆ ਯਾਦ ਆ ਰਿਹਾ ਕਿ ਜਦ ਫੇਸਬੁੱਕ ਸ਼ੁਰੂ ਹੀ ਹੋਇਆ ਸੀਗਾ ਅਤੇ ਮੈਂ ਕਿੱਥੇ ਕਰਤਾਰਪੁਰ ਸਾਹਿਬ ਦੀ ਤਸਵੀਰ ਵੇਖੀ। ਲੈਲਾ ਉਹਦੇ ਖੇਤ, ਬਾਬੇ ਨਾਨਕ ਦੀ ਯਾਦਗਾਰ ਵਿੱਚ ਬਣਿਆ ਚਿੱਟਾ ਗੁਰਦੁਆਰਾ, ਜਿਵੇਂ ਕਿ ਘੁੱਗੀ ਬਾਹਾਂ ਪਸਾਰ ਕੇ, ਵਾਈਟ ਪੀਸ ਡਵ ਹੁੰਦੀ ਹੈ ਜਿਹੜੀ ਚਿੱਟੀ ਸ਼ਾਂਤੀ ਦੀ ਦੂਤ ਹੁੰਦੀ ਹੈ, ਉਹ ਬਾਹਾਂ ਪਸਾਰ ਕੇ ਸੱਦਦੀ ਹੈ ਕਿ ਇੱਥੇ ਆਓ, ਤੁਹਾਨੂੰ ਸਕੂਨ ਮਿਲੇਗਾ। ਅਤੇ ਕਰਤਾਰਪੁਰ ਦੇ ਬਾਰੇ ਪਤਾ ਵੀ ਨਹੀਂ ਸੀ ਮੈਨੂੰ ਇੰਨਾ, ਪਰ ਮੈਂ ਦੇਖਿਆ ਅਤੇ ਮੈਨੂੰ ਲੱਗਿਆ ਕਿ ਇਹਦੇ ਵਿੱਚ ਕੁਛ ਹੈ। ਫਿਰ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਮੈਂ ਹਾਲੇ ਤੱਕ ਯਾਦ ਹੈ ਕਿ ਉਸ ਪੋਸਟ ਵਿੱਚ, ਇਹ ਹੁਣ 15 ਸਾਲ ਹੋ ਗਏ ਹੋਣੇ ਇਸ ਗੱਲ ਨੂੰ, 12-15 ਸਾਲ, ਫੇਸਬੁੱਕ ਸ਼ੁਰੂ ਹੀ ਹੋਇਆ ਹੋ। ਅਤੇ ਮੈਂ ਆਪਣੇ ਬੇਟੇ ਨੂੰ ਟੈਗ ਕਰਕੇ ਕਿਹਾ ਕਿ ਜਦ ਮੈਂ ਮਰ ਜਾਵਾਂਗੀ ਤੈਨੂੰ ਪਤਾ ਹੈ ਕਿ ਮੇਰੇ ਫੁੱਲ ਕਿੱਥੇ ਖਿਲਾਰਨੇ ਨੇ, ਇਹ ਥਾਂ ਹੈ। ਸੋ ਇਹ ਪੰਜਾਬ ਦੇ ਨਾਲ ਸਾਂਝ ਹੈ। ਫਿਰ ਰੱਬ ਸਬੱਬੀ ਕਰਤਾਰਪੁਰ ਦੇ ਨਾਲ 2018 ਵਿੱਚ ਉੱਥੇ ਜਾਣਾ ਵੀ ਹੋਇਆ। ਫਿਰ 2019 ਵਿੱਚ ਅਗੇ ਲਾਂਘਾ ਖੁੱਲ੍ਹਿਆ ਫਿਰ। ਸੋ ਇਹ ਸਾਂਝ ਜਿਹੜੀ ਹੈ ਆਪ ਮੁਹਾਰੇ ਚੱਲਦੀ ਆ ਰਹੀ ਹੈ। ਮੈਂ ਮਹਿਸੂਸ ਕਰਦਾ ਹੁੰਦਾ ਕਿ ਆਪਾਂ ਕਹਿੰਦੇ ਹਾਂ ਕਿ 1947 'ਚ ਵੰਡ ਹੋਈ। ਵੰਡ ਤਾਂ ਉਸ ਤੋਂ ਬਾਅਦ ਵੀ ਹੁੰਦੀ ਰਹੀ ਆ। ਜੇ ਪੰਜਾਬ ਤੇ ਹਰਿਆਣਾ ਵੱਖ ਹੋ ਗਿਆ, ਉਹ ਵੀ ਇੱਕ ਵੰਡ ਆ। ਬੇਸ਼ੱਕ ਪੰਜਾਬੀ ਸੂਬੇ ਦੇ ਨਾਮ ਤੇ ਹੋਇਆ ਹੋਵੇ, ਪਰ ਫਿਰ ਵੀ ਹਰਿਆਣੇ ਦੇ ਵਿੱਚ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਦਾ ਇੱਕ ਹੇਰਵਾ ਜਾਂ ਇੱਕ ਮੁਹੱਬਤ ਹੈ ਆ ਪੰਜਾਬ ਲਈ। ਹਿਮਾਚਲ ਦਾ ਵੰਡਣਾ ਟੁੱਟਣਾ ਵੀ ਸਾਡੀ ਵੰਡ ਹੀ ਆ। ਫਿਰ ਜਦੋਂ 84 ਆਉਂਦੀ ਆ, ਉਹ ਵੀ ਇੱਕ ਵੰਡ ਆ। ਉਸ ਤੋਂ ਬਾਅਦ ਫਿਰ ਜਦੋਂ ਸਾਡਾ ਪ੍ਰਵਾਸ ਜਾਂਦਾ ਆ, ਉਹ ਵੀ ਇੱਕ ਵੰਡ ਹੈ। ਅਤੇ ਇੱਕ ਆਈਲੈਟਸ ਬੇਸ ਦੇ ਉੱਤੇ ਜਦੋਂ ਬਾਹਰ ਜਾ ਰਹੇ ਆ, ਲੋਕ ਤਾਂ ਕਹਿ ਰਹੇ ਆ ਕੁਝ ਕਿ ਇਹ ਰੁਜ਼ਗਾਰ ਦੀ ਭਾਲ ਹੈ ਜਾਂ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਹੈ, ਪਰ ਇੱਕ ਸੰਕਟ ਤਾਂ ਹੈ ਆ। ਮੰਨਦੇ ਹੋ ਕਿ ਪ੍ਰਵਾਸ ਕੋਈ ਸੰਕਟ ਹੈ ਜਾਂ ਮਤਲਬ ਕੋਈ ਮੌਕਾ ਆ? ਪ੍ਰਵਾਸ ਸੰਕਟ ਹੈ, ਅੱਜ ਦੀ ਤਾਰੀਖ ਵਿੱਚ ਸੰਕਟ ਹੈ। ਕਿਉਂਕਿ ਜਿਸ ਵੇਲੇ ਮੈਂ ਗਈ 30-31 ਸਾਲਾਂ ਪਹਿਲਾਂ, ਅਸੀਂ 84 ਦੇ ਮਾਰੇ ਪੰਜਾਬ ਗਏ, ਕਿਉਂਕਿ ਕਿੱਥੇ ਵੀ ਰੁਜ਼ਗਾਰ ਨਹੀਂ ਸੀ, ਕਿੱਥੇ ਵੀ ਜੀ। ਸਾਨੂੰ 47 ਦੇ ਜਿਹੜੇ ਉਜੜੇ ਹੋਏ, ਅਸੀਂ ਇੱਦਾਂ ਲੱਗਦਾ ਸੀਗਾ ਕਿ ਹਿੰਦੁਸਤਾਨ ਆ ਕੇ ਸੈਟਲ ਹੋਏ ਅਤੇ ਲੱਗਦਾ ਸੀਗਾ ਕਿ ਸਾਨੂੰ ਘਰ ਮਿਲ ਗਿਆ। ਪਰ ਤੁਸੀਂ ਮੰਨੋਗੇ ਨਹੀਂ ਕਿ ਮੇਰੇ ਮਾਤਾ ਪਿਤਾ ਨੇ ਜਿਹੜਾ ਘਰ ਬਣਾਇਆ ਸੀਗਾ, ਉਹ 81 'ਚ ਬਣਾਇਆ ਸੀਗਾ, ਉਹ 84 'ਚ ਸਾੜ ਦਿੱਤਾ ਗਿਆ। ਉਸ ਤੋਂ ਬਾਅਦ ਉਹ ਅੱਜ ਤੱਕ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਰਹੇ। ਹੁਣ ਮੈਂ ਪਹਿਲੀ ਵਾਰੀ ਉਹਨਾਂ ਦੇ ਆਪਣੇ ਘਰ ਵਿੱਚ ਜਾ ਰਹੀ ਹਾਂ। ਹੁਣ ਜਾ ਕੇ 2022-21 ਵਿੱਚ ਉਹਨਾਂ ਨੇ ਘਰ ਬਣਾਇਆ। ਸੋ ਸੰਕਟ ਹੈ ਪ੍ਰਵਾਸ। ਉਹ ਤਾਂ ਸ਼ਾਇਦ ਮਜਬੂਰੀ ਸੀ, ਪਰ ਹੁਣ ਸੰਕਟ ਹੈ ਕਿਉਂਕਿ ਹੁਣ ਸਟੂਡੈਂਟਸ ਨੂੰ ਪੁੱਛੋ ਇੱਥੋਂ
ਅਸੀਂ ਮੈਂ ਇੱਥੇ ਕਈ ਸਕੂਲਾਂ ਵਿੱਚ ਯੂਨੀਵਰਸਿਟੀਆਂ ਵਿੱਚ ਜਾਂਦੀ ਹਾਂ ਅਤੇ ਮੈਂ ਪੁੱਛਦੀ ਹਾਂ ਕਿ ਤੁਸੀਂ ਕੀ ਕਰਨਾ ਹੈ, ਅਤੇ ਉਹ ਕਹਿੰਦੇ ਅਸੀਂ ਬਾਹਰ ਚਲੇ ਜਾਣਾ, ਆਇਲਸ ਕਰਕੇ ਬਾਹਰ ਚਲੇ ਜਾਣਾ। ਤੁਸੀਂ ਬਾਹਰ ਜਾ ਕੇ ਕਰਨਾ ਕੀ ਹੈ ਉਹ ਕਿਸੇ ਨੂੰ ਨਹੀਂ ਪਤਾ, ਤੁਸੀਂ ਇੱਥੇ ਰਹਿਣਾ ਕਿਉਂ ਨਹੀਂ ਹੈ ਨਹੀਂ ਪਤਾ, ਪਰ ਬਾਹਰ ਚਲੇ ਜਾਣਾ ਹੈ ਪਤਾ ਹੈ। ਸੋ ਜੇ ਬਿਨਾਂ ਸੋਚੇ ਸਮਝੇ ਜਿਹੜੇ ਬਾਹਰ ਜਾਣ ਦਾ ਵਹੀਰਾ ਕੱਤ ਕੇ ਪੰਜਾਬੀ ਜਾ ਰਹੇ ਨੇ, ਔਰ ਉਹ ਨਜ਼ਰ ਆਉਂਦਾ ਹੈ ਹੁਣ ਪੰਜਾਬ ਦਾ ਜਿਹੜਾ ਕੈਰੈਕਟਰ ਹੈ ਉਹ ਹੀ ਨਹੀਂ ਨਜ਼ਰ ਆਉਂਦਾ। ਮੈਨੂੰ ਲੱਗਦਾ ਕਿ ਮੈਂ ਜਦ ਇੱਥੇ ਆਉਂਦੀ ਹਾਂ ਅਤੇ ਮੈਂ ਇੰਦੌਰ ਜਾਂਦੀ ਹਾਂ ਜਿੱਥੇ ਮੇਰੇ ਮਾਪੇ ਰਹਿੰਦੇ, ਉੱਥੇ ਮੈਨੂੰ ਜ਼ਿਆਦਾ ਪੱਗਾਂ ਨਜ਼ਰ ਆਉਂਦੀਆਂ ਨੇ ਲੁਧਿਆਣੇ ਜਾਂ ਜਲੰਧਰ ਜਾਂ ਕੋਈ ਸ਼ਹਿਰ ਦੇ ਬਨਸਪਤ ਪੰਜਾਬ ਦੇ। ਮੈਨੂੰ ਬਹੁਤ ਚਿੰਤਾ ਹੁੰਦੀ ਹੈ ਇਸ ਗੱਲ ਦੀ ਕਿ ਪੰਜਾਬ ਨੂੰ ਅਸੀਂ ਬੇਦਾਵਾ ਕਿਉਂ ਲਿਖ ਕੇ ਦੇ ਰਹੇ ਹਾਂ। ਮੈਂ ਵੀ ਇਹੋ ਕਹਿਣ ਲੱਗਾ ਸਾਂ ਕਿ ਹੈ ਤੇ ਬੇਦਾਵਾ ਹੀ ਆ, ਇੱਕ ਬੇਹੋਸ਼ੀ ਆ, ਬੇਹੋਸ਼ੀ ਦੇ ਵਿੱਚ ਸਭ ਕੁਝ ਹੋ ਰਿਹਾ ਜੀ। ਜਿਵੇਂ ਮੈਂ ਦੇਖਦਾ ਕਿ 500 ਗਜ ਦੇ ਪਲਾਟ ਹੈਗੇ ਨੇ ਸ਼ਹਿਰਾਂ ਦੇ ਅੰਦਰ, ਸੋਹਣਾ ਮੁਕੰਮਲ ਇੱਕ ਘਰ ਹੈਗਾ ਆ ਜਿਹਨੂੰ ਆਪਾਂ ਘਰ ਕਹਿ ਸਕਦੇ ਹਾਂ, ਤੇ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਵੀ ਬਾਹਰ ਜਾ ਰਹੇ ਆ। ਇੱਕ ਤੇ ਹੈ ਮਜਬੂਰੀ, ਜਿਹਨੂੰ ਪਤਾ ਆ ਕਿ ਇੱਕ ਪੀੜ੍ਹੀ ਨੂੰ ਸੰਘਰਸ਼ ਕਰਨਾ ਪੈਣਾ ਆ ਤੇ ਮੈਨੂੰ ਬਾਹਰ ਜਾ ਕੇ ਸੈਟਲ ਹੋਣਾ ਪੈਣਾ ਆ ਕਿਉਂਕਿ ਘਰ ਦਾ ਪੂਰਾ ਤੋਰੀ ਫੁਲਕਾ ਤੋਰਨਾ ਆ। ਤੇ ਇੱਕ ਹੈ ਜਿਹਦੇ ਕੋਲ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਉਹ ਜਾ ਰਿਹਾ। ਤੇ ਇਹੋ ਜਿਹੀਆਂ ਵੀ ਉਦਾਹਰਨਾਂ ਨੇ ਕਿ ਜਿਹੜੇ ਇੱਥੇ ਅਧਿਆਪਕ ਨੇ ਜਾਂ ਕੋਈ ਜੱਜ ਹੈ ਜਾਂ ਕੋਈ ਵਧੀਆ ਵਕੀਲ ਹੈ, ਉਹ ਵੀ ਬਾਹਰ ਨੂੰ ਜਾ ਰਿਹਾ। ਹਾਂਜੀ, ਫਿਰ ਜ਼ਿਆਦਾ ਪੜਚੋਲ ਕਰੋ ਤੇ ਉਹ ਕਹਿੰਦੇ ਹੈ ਕਿ ਅਸੀਂ ਇਸ ਕਰਕੇ ਜਾ ਰਹੇ ਹਾਂ ਕਿ ਇੱਥੇ ਦਾ ਸਿਸਟਮ ਖਰਾਬ ਹੈ, ਪਰ ਸਿਸਟਮ ਵੀ ਤਾਂ ਅਸੀਂ ਬਣਾਉਣਾ ਹੈ, ਅਸੀਂ ਵੀ ਤਾਂ ਸਿਸਟਮ ਦਾ ਹਿੱਸਾ ਹੀ ਹਾਂ। ਅਤੇ ਉਹ ਸਿਸਟਮ ਜਿਹੜਾ ਉਹਨਾਂ ਨੇ ਉੱਥੇ ਜਾ ਕੇ ਬਣਾਉਣਾ ਆ, ਇੱਥੇ ਕਿਉਂ ਨਹੀਂ ਬਣ ਸਕਦਾ? ਸਮਝ ਨਹੀਂ ਆਉਂਦੀ। ਇੱਕ ਪਿੰਡ ਹੁਸੈਨਪੁਰ ਦੀ ਗੱਲ ਦੱਸਦੀ ਹੈ ਬਰਜਿੰਦਰ ਭਾਜੀ ਦਾ ਇੱਕ ਪਿੰਡ, ਉੱਥੇ ਉਹਨਾਂ ਨੇ ਕੋਠੀਆਂ ਦਿਖਾਈਆਂ, ਅਸੀਂ ਪੈਦਲ ਤੁਰ ਕੇ ਗਏ, ਉੱਥੇ ਲੜੀਵਾਰ 6-7 ਕੋਠੀਆਂ, ਉਹਦੀ ਕੋਠੀ ਹੈ ਤੁਸੀਂ ਜਾਣਦੇ ਹੋ ਨਾ, ਉੱਥੇ ਰਹਿੰਦਾ, ਇਹ ਉਹਦੀ ਕੋਠੀ ਹੈ, ਉਹਦੀ ਕੋਠੀ ਹੈ, ਸਾਰੇ ਬਾਹਰ ਉੱਥੇ ਜੋਰਜੀਆ ਉਹਨਾਂ ਦੇ ਪਿੰਡ ਵਸੇ ਹੋਏ ਨੇ। ਕੋਠੀਆਂ ਇੰਨੀਆਂ ਵੱਡੀਆਂ ਵੱਡੀਆਂ, ਮੈਂ ਕਿਹਾ ਇੱਥੇ ਕੌਣ ਰਹਿੰਦਾ? ਕਹਿੰਦੇ ਕੋਈ ਨਹੀਂ, ਇਹਦੇ ਵਿੱਚ ਬੀਬੀ ਰਹਿੰਦੀ ਇਕੱਲੀ, ਇਹਦੇ ਵਿੱਚ ਨੌਕਰ ਰਹਿੰਦੇ ਨੇ, ਇਹਦੇ ਵਿੱਚ ਬੀਬੀ ਬਾਪੂ ਰਹਿੰਦੇ ਨੇ, ਇਹਦੇ ਵਿੱਚ ਇਹ ਖਾਲੀ ਹੈ, ਅਤੇ ਕੋਈ ਰਹਿਣ ਵਾਲਾ ਨਹੀਂ ਉੱਥੇ। ਕੋਠੀਆਂ ਇੰਨੀਆਂ ਵੱਡੀਆਂ ਵੱਡੀਆਂ ਬਣੀਆਂ ਹੋਈਆਂ ਨੇ। ਅਤੇ ਦੂਜੀ ਗੱਲ ਕਹਿੰਦੇ ਹੈ ਕਿ ਪੰਜਾਬ ਵਿੱਚ ਇੰਪਲੋਇਮੈਂਟ ਨਹੀਂ, ਪਰ ਅਸੀਂ ਇੱਕ ਹੋਰ ਪਿੰਡ ਗਏ ਅਤੇ ਉੱਥੇ ਅਲਗੋ ਕੋਠੀ, ਉੱਥੇ ਕਿਸੇ ਦੇ ਘਰ ਗਏ, ਉਹ ਕੰਮ ਕਰਦੇ ਆਪਣਾ, ਉਹਨਾਂ ਦਾ ਸਪੇਅਰ ਪਾਰਟਸ ਦਾ ਕੰਮ ਹੈ, ਆਟੋ ਰਿਪੇਅਰ ਸਪੇਅਰ ਪਾਰਟਸ ਦਾ। ਉਹ ਕਹਿੰਦੇ ਇੱਥੇ ਇੰਪਲੋਈਜ਼ ਦੀ, ਇੱਥੇ ਮੁਲਾਜ਼ਮਾਂ ਦੀ ਇੰਨੀ ਪ੍ਰੋਬਲਮ ਹੈ, ਸਾਨੂੰ ਕੋਈ ਮਿਲਦਾ ਹੀ ਨਹੀਂ ਹੈ। ਅਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਕਹਿੰਦੇ ਜੌਬਸ ਨਹੀਂ ਹੈ, ਇੱਕ ਪਾਸੇ ਕਹਿੰਦੇ ਹੈ ਕਿ ਸਾਨੂੰ ਲੋਕ ਹੀ ਨਹੀਂ ਮਿਲਦੇ, ਕੰਮ ਕਰਨ ਵਾਲੇ ਨਹੀਂ ਮਿਲਦੇ। ਇੱਕ ਇਹ ਵੀ ਹੈ ਕਿ ਹਰ ਮਿੱਟੀ ਦਾ ਇੱਕ ਆਪਣਾ ਸੁਭਾਅ ਆ। ਮੈਨੂੰ ਲੱਗਦਾ ਕਿ ਠੀਕ ਹੈ, ਕੰਮ ਨੂੰ ਲੈ ਕੇ ਇਸ ਤਰ੍ਹਾਂ ਦਾ ਕੋਈ ਹੱਦਬੰਦੀ ਜਾਂ ਇਸ ਤਰ੍ਹਾਂ ਦਾ ਕੋਈ ਖਾਨੇ ਨਹੀਂ ਬਣਾ ਸਕਦੇ, ਪਰ ਬਿਹਤਰ ਹੈ ਕਿ ਜਿਵੇਂ ਆਪਾਂ ਮੋਹਾਲੀ ਦੇ ਵਿੱਚ ਬੈਠੇ ਹਾਂ, ਇੱਥੇ IT ਇੰਡਸਟਰੀ ਡਿਵੈਲਪ ਹੋ ਰਹੀ ਆ, ਅਤੇ ਪੰਜਾਬੀ ਬੰਦਾ ਕੁਝ ਅਜਿਹਾ ਕੰਮ ਕਰਨਾ ਪਸੰਦ ਤਾਂ ਕਰੇਗਾ, ਅਤੇ ਸ਼ਾਇਦ ਉਰੇ ਫੈਕਟਰੀਆਂ ਦੀ ਇੰਨੀ ਸੰਭਾਵਨਾ ਨਾ ਹੋਵੇ, ਪਰ ਉਸ ਢੰਗ ਦੇ ਨਾਲ ਕੁਛ ਹੋ ਵੀ ਨਹੀਂ ਰਿਹਾ। ਹਾਂਜੀ। ਅਤੇ ਸਭ ਤੋਂ ਪਹਿਲਾਂ ਤਾਂ ਉਸ ਦੀ ਜਿਹੜੀ ਤਾਲੀਮ ਚਾਹੀਦੀ ਹੈ, ਇੱਥੇ IT ਬੇਸਡ ਇੰਡਸਟਰੀ ਵੀ ਹੋਊਗੀ ਅਤੇ ਤੁਸੀਂ ਦੇਖੋਗੇ ਕਿੰਨੇ ਪੰਜਾਬੀ ਇੱਥੇ ਕੰਮ ਕਰਦੇ ਹੋਣਗੇ। ਚੰਡੀਗੜ੍ਹ ਵਿੱਚ ਕਿੰਨੇ ਮੁਲਾਜ਼ਮ ਹੋਣਗੇ ਜਿਹੜੀ ਸਰਕਾਰੀ ਦਫ਼ਤਰਾਂ ਵਿੱਚ ਜਾਂ ਜਿਹੜੀ ਉੱਥੇ ਇੰਡਸਟਰੀ ਹੈ ਉਹਦੇ ਵਿੱਚ ਪੰਜਾਬੀ ਕੰਮ ਕਰਦੇ ਹੈ। ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਪੰਜਾਬੀ ਕੰਮ ਕਰਦੇ ਹੈ। ਪੰਜਾਬੀ ਅਤੇ ਚੰਡੀਗੜ੍ਹ ਨੂੰ ਆਪਣੇ ਆਪ ਤੋਂ ਅਲੱਗਾ ਦੇਖਦੇ ਹੈ। ਮਤਲਬ ਕਈਆਂ ਦੇ ਨਾਲ ਗੱਲ ਕਰੋ ਤਾਂ ਕਹਿੰਦੇ ਆ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਜੀ, ਪਰ ਮੈਨੂੰ ਲੱਗਦਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਆਪ ਨਹੀਂ ਲਈ। ਮੈਨੂੰ ਲੱਗਦਾ ਕਿ ਸਾਜ਼ਿਸ਼ ਤਾਂ ਚਲੋ ਹੋ ਸਕਦੀ ਆ, ਇਸ ਸੰਭਾਵਨਾ ਨੂੰ ਲਾਂਭੇ ਨਹੀਂ ਕੀਤਾ ਜਾ ਸਕਦਾ, ਬਿਲਕੁਲ, ਪਰ ਕਿਤੇ ਨਾ ਕਿਤੇ ਇੱਕ ਸਾਡੇ ਅੰਦਰ ਇੱਕ ਢੀਠਤਾ ਵੀ ਹੈ ਆ। ਹਾਂਜੀ, ਕਿ ਬੱਚਿਆਂ ਦੇ ਅੰਦਰ ਪੰਜਾਬੀ ਜ਼ੁਬਾਨ ਦਾ ਮੋਹ ਨਹੀਂ ਹੈਗਾ ਜੀ, ਨਾ ਘਰ ਦੇ ਅੰਦਰ ਉਸ ਤਰ੍ਹਾਂ ਦਾ ਰੁਝਾਨ ਆ, ਤੇ ਕਿਤੇ ਨਾ ਕਿਤੇ ਜ਼ੁਬਾਨ ਪ੍ਰਤੀ ਹੀਨਤਾ ਆ। ਇਹ ਇੱਕ ਵੱਡੀ ਗੜਬੜ ਆ। ਮਤਲਬ ਸਕੂਲ ਚਾਹੇ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ, ਮਾਪੇ ਵੀ ਪੰਜਾਬੀ ਨਾਲ ਮੋਹ ਨਹੀਂ ਪਵਾਉਣਾ ਚਾਹੁੰਦੇ, ਜਾਂ ਉਹਨਾਂ ਦੇ ਅੰਦਰ ਉਹਨਾਂ ਦੇ
ਦਿਮਾਗ ਦੇ ਅੰਦਰ, ਜ਼ਹਿਨ ਦੇ ਅੰਦਰ ਇੱਕ ਗੱਲ ਘਰ ਕਰ ਗਈ ਹੈ ਕਿ ਜਿਹੜਾ ਪੰਜਾਬੀ ਜ਼ੁਬਾਨ ਦੇ ਨਾਲ ਜੁੜੇਗਾ ਤੇ ਉਹ ਆਪਣਾ ਕਦਮ ਪਿੱਛੇ ਨੂੰ ਖਿੱਚੇਗਾ। ਤੇ ਇਹ ਜਿਹੜਾ ਸੰਕਟ ਹੈ ਇਹਦਾ ਹੱਲ ਤਾਂ ਮਨੋਵਿਗਿਆਨਕ ਤੌਰ ਤੇ ਆ ਕਿ ਹਾਂਜੀ। ਅਸੀਂ ਉਹ ਅੰਦਰੋਂ ਉਹਨਾਂ ਦਾ ਚਿੱਤ ਹੂੰ ਪੰਜਾਬੀ ਦੀ ਅਮੀਰੀ ਨੂੰ ਕਿਵੇਂ ਪਛਾਣੇ ਹੂੰ ਤੇ ਪੰਜਾਬੀ ਜ਼ੁਬਾਨ ਦੇ ਅੰਦਰ ਬਹੁਤ ਇਹਦੀ ਆਪਣੀ ਅਮੀਰ ਵਿਰਾਸਤ ਹੈ। ਹਾਂਜੀ। ਤੇ ਤੁਸੀਂ ਬੱਚਿਆਂ ਲਈ ਵੀ ਕੰਮ ਕੀਤਾ ਆ, ਤੁਸੀਂ ਉਹਨਾਂ ਮਾਪਿਆਂ ਨੂੰ ਵੀ ਮਿਲੇ ਹੋਵੋਗੇ, ਮਤਲਬ ਤੁਸੀਂ ਕੀ ਮਹਿਸੂਸ ਕੀਤਾ ਆ ਕਿ ਉਹ ਬੁਨਿਆਦੀ ਸੰਕਟ ਕੀ ਆ ਉਹਨਾਂ ਦੇ ਪੂਰੇ ਵਰਤਾਰੇ 'ਚ, ਵਿਹਾਰ 'ਚ, ਤੇ ਉਸ ਵਿਹਾਰ ਦਾ ਇਲਾਜ ਕੀ ਹੋਏਗਾ? ਮੈਨੂੰ ਲੱਗਦਾ ਸੰਕਟ ਸਿਰਫ ਇੰਨਾ ਜਿਹਾ ਹੈ ਕਿ 75 ਸਾਲ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਸਿਖਾ ਪਾਏ। ਸਾਡਾ ਸਾਰਾ ਜ਼ੋਰ ਲੱਗਦਾ ਹੈ ਕਿ ਕਨਵੈਂਟ ਸਕੂਲ ਵਿੱਚ ਭੇਜ ਦਿਓ ਕਿ ਬੱਚਾ ਫਰਾਟੇਦਾਰ ਅੰਗਰੇਜ਼ੀ ਸਿੱਖਦਾ ਬਾਹਰ ਨਿਕਲੇ। ਸਾਰਾ ਜ਼ੋਰ ਇੱਕ ਜ਼ੁਬਾਨ ਤੇ ਹੈਰਾਨੀ ਹੁੰਦੀ ਹੈ। ਜਾਪਾਨ ਦਾ ਪ੍ਰੋਫੈਸਰ ਤੋਮੀਓ ਮਿਜ਼ੋਕਾਮੀ ਕਹਿੰਦਾ ਹੈ ਜੀ ਕਿ ਜਾਪਾਨ ਇੰਨੀ ਤਰੱਕੀ ਹਰ ਕਿੱਤੇ ਵਿੱਚ, ਕਲਾ ਵਿੱਚ, ਸਾਹਿਤ ਵਿੱਚ, ਟੈਕਨੋਲੋਜੀ ਵਿੱਚ, ਸਾਇੰਸ ਵਿੱਚ, ਮੈਡੀਸਨ ਵਿੱਚ ਕਿੰਨੇ ਨੋਬੈਲ ਪ੍ਰਾਈਜ਼ਸ ਜਿੱਤਿਆ ਜਾਪਾਨ। ਕਿਉਂ? ਉਹਦੀ ਮੁੱਢਲੀ ਸਿੱਖਿਆ ਜਾਪਾਨੀਆਂ ਦੀ ਕਿਹਦੇ ਵਿੱਚ ਹੁੰਦੀ ਹੈ? ਅੰਗਰੇਜ਼ੀ ਵਿੱਚ ਨਹੀਂ ਹੁੰਦੀ। ਉਹਨਾਂ ਦੀ ਜਾਪਾਨੀ ਆਪਣੀ ਮਾਂ ਬੋਲੀ ਵਿੱਚ ਹੁੰਦੀ ਹੈ। ਅੰਗਰੇਜ਼ੀ ਨੂੰ ਸਿਰਫ ਆਪਾਂ ਇੱਕ ਜ਼ੁਬਾਨ ਦੇ ਵਜੋਂ ਲਈਏ ਕਿਉਂਕਿ ਆਪਾਂ ਪੰਜਾਬੀ ਵਿੱਚ ਹੀਨਤਾ ਦੇ ਸ਼ਿਕਾਰ ਹਾਂ। ਅਸੀਂ ਆਪਣੇ ਬੱਚਿਆਂ ਨੂੰ ਕੋਈ ਜ਼ੁਬਾਨ ਵਿੱਚ ਪੱਕਾ ਨਹੀਂ ਕਰ ਪਾ ਰਹੇ। ਜੀ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਉਹਨਾਂ ਨੇ ਘਰ ਵਿੱਚ ਸਿੱਖਿਆ ਹੁੰਦਾ ਹੈ ਉਹਨੂੰ ਨਕਾਰਦੇ ਆ। ਸਕੂਲ ਉਹਨਾਂ ਨੂੰ ਨਕਾਰਦੇ ਆ। ਸਕੂਲ ਉਹਨਾਂ ਨੂੰ ਉਹਨਾਂ ਦੀ ਹੇਠੀ ਕਰਦੇ ਆ ਕਿ ਇਹ ਠੀਕ ਨਹੀਂ ਹੈ, ਪੰਜਾਬੀ ਨਾ ਬੋਲੋ, ਇਹ ਗਲਤ ਹੈ। ਅਤੇ ਬੱਚੇ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਇੱਥੇ ਜ਼ੀਰੋ ਹੈ। ਅਸੀਂ ਵੱਡੇ ਬੱਚਿਆਂ ਨਾਲ ਵੀ ਗੱਲ ਕਰਦੇ। ਕੱਲ੍ਹ ਕਾਲਜ ਮੈਂ ਹੋ ਕੇ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ। ਸਵਾਲ ਜਵਾਬ ਦੇ ਸੈਸ਼ਨ ਵਿੱਚ 1 ਜਾਂ 2 ਸਵਾਲ ਆਏ ਮੈਨੂੰ। ਮੈਂ ਉਹਨਾਂ ਨੂੰ ਬਹੁਤ ਕਿਹਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਹਾਂ, ਮੈਂ ਜਾਣਨਾ ਚਾਹੁੰਦੀ ਤੁਹਾਡੇ ਦਿਲ ਵਿੱਚ ਕੀ ਹੈ, ਤੁਸੀਂ ਮੇਰੇ ਤੋਂ ਸਵਾਲ ਪੁੱਛੋ। ਪਰ ਸਾਡੇ ਬੱਚਿਆਂ ਦੀ ਸਵਾਲ ਪੁੱਛਣ ਦੀ ਕਾਬਲੀਅਤ ਹੀ ਨਹੀਂ ਰਹਿ ਗਈ ਕਿਉਂਕਿ ਉਹਨਾਂ ਨੂੰ ਪਤਾ ਨਹੀਂ। ਔਰ ਅਸੀਂ ਗੱਲਬਾਤ ਤਾਂ ਸਾਡੀ ਪੰਜਾਬੀ ਵਿੱਚ ਹੋ ਰਹੀ ਸੀ। ਅਸੀਂ ਉਹਨਾਂ ਨੂੰ ਦਬਾ ਕੇ ਰੱਖਦੇ ਹਾਂ ਔਰ ਸਾਡਾ ਸਾਰਾ ਜ਼ੋਰ, ਜਿਵੇਂ ਮੈਂ ਕਿਹਾ, ਕਿ ਅੰਗਰੇਜ਼ੀ ਸਿੱਖਣ ਵਿੱਚ ਲੱਗਿਆ, ਜਦਕਿ ਅੰਗਰੇਜ਼ੀ ਇੱਕ ਜੀਵਨ ਜਾਂਚ ਨਹੀਂ ਹੈ। ਅੰਗਰੇਜ਼ੀ ਸਿਰਫ ਇੱਕ ਜ਼ੁਬਾਨ ਹੈ। ਜੇ ਉਹ ਪੰਜਾਬੀ ਵਿੱਚ ਪੱਕੇ ਹੋਣਗੇ, ਜੇ ਉਹ ਆਪਣੀ ਬੋਲੀ, ਆਪਣੇ ਵਿਰਸੇ ਵਿੱਚ ਮਾਣ ਮਹਿਸੂਸ ਕਰਨਗੇ, ਉਹ ਦੂਜੀਆਂ ਬੋਲੀਆਂ ਆਰਾਮ ਨਾਲ ਸਿੱਖ ਸਕਣਗੇ। ਔਰ ਮੈਂ ਨਹੀਂ ਕਹਿੰਦੀ ਆ, ਯੂਨੈਸਕੋ ਕਹਿੰਦਾ ਆ, ਇਹ ਰਿਸਰਚ ਕਹਿੰਦੀ ਹੈ। ਜਰਮਨੀ, ਜਾਪਾਨ, ਯੂਰੋਪੀਅਨ ਕਈ ਮੁਲਕ ਅੰਗਰੇਜ਼ੀ ਵਿੱਚ ਤਾਲੀਮ ਨਹੀਂ ਦਿੰਦੇ, ਆਪਣੀ ਬੋਲੀ ਵਿੱਚ ਤਾਲੀਮ ਦਿੰਦੇ। ਸਾਡੇ ਤੋਂ ਕਈ ਅੱਗੇ ਨੇ। ਅਗਰ ਤੁਸੀਂ ਆਰਥਿਕਤਾ ਦੇ ਅੱਗੇ ਹੋਣਾ ਵੀ ਅੱਗੇ ਹੋਣ ਦਾ ਮਾਪਦੰਡ ਸਮਝਦੇ ਹੋ, ਜੋ ਮੈਂ ਨਹੀਂ ਸਮਝਦੀ, ਤਾਂ ਵੀ ਆਪਣੀ ਬੋਲੀ ਵਿੱਚ ਪੜ੍ਹਾਉਣ ਵਾਲੇ, ਆਪਣੀ ਬੋਲੀ 'ਚ ਮਾਣ ਕਰਨ ਵਾਲੇ ਸਾਡੇ ਤੋਂ ਕਈ ਅੱਗੇ ਨੇ। ਸੋ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਹੀਨ ਭਾਵਨਾ, ਉਹ ਸਾਡੇ ਵਾਸਤੇ ਸੰਕਟ ਦਾ ਸਭ ਤੋਂ ਵੱਡਾ ਕਾਰਨ ਹੈ। ਜਿਵੇਂ ਮੇਰੇ ਕੋਲ 3 ਉਦਾਹਰਨਾਂ ਮੇਰੇ ਯਾਦ ਨੇ। ਜਲੰਧਰ ਦੇ ਵਿੱਚ ਮੈਂ ਪੰਜਾਬੀ ਦੀ ਕਿਤਾਬ, ਇੱਕ ਸਕੂਲ ਦੀ ਕਿਤਾਬ ਉਹ ਵੇਖੀ ਤੇ ਇਕੱਲਾ ਜ਼ੁਬਾਨ ਦੇ ਨਾਲ ਨਾਲ ਦੂਸਰਾ ਮਸਲਾ ਵੀ ਹੈਗਾ ਕਿ ਉਹਦੇ ਵਿੱਚ ਉਹਨਾਂ ਦੱਸਿਆ ਹੋਇਆ ਵੀ ਇਹ ਗੁਰਦੁਆਰਾ ਹੈ। ਤਸਵੀਰ ਦੇ ਰਾਹੀਂ, ਚਿੱਤਰ ਦੇ ਵਿੱਚ ਉਹਨਾਂ ਗੁਰਦੁਆਰਾ ਦੱਸਿਆ। ਗੁਰਦੁਆਰੇ ਦੇ ਸਾਹਮਣੇ ਜਿਹੜਾ ਬੱਚਾ ਉਹਨਾਂ ਨੇ ਮੱਥਾ ਟੇਕਦਾ ਦਿਖਾਇਆ, ਉਹ ਬੂਟਾਂ ਸਮੇਤ ਦਿਖਾਇਆ ਸੀ। ਤੇ ਇੱਕ ਨਿੱਕੀ ਬਾਰੀਕੀਆਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਜਿੰਨੇ ਵੀ ਉਹ ਕਿਤਾਬ ਨੂੰ ਘੜਿਆ ਹੋਏਗਾ ਤੇ ਜਿੰਨੇ ਵੀ ਉਸ ਕਿਤਾਬ ਨੂੰ ਪ੍ਰਮਾਣਿਤ ਕੀਤਾ ਹੋਏਗਾ, ਜਿੰਨੇ ਵੀ ਉਸ ਕਿਤਾਬ ਨੂੰ ਬੱਚਿਆਂ ਤੱਕ ਪਹੁੰਚਾਇਆ ਹੋਊਗਾ, ਲਾਗੂ ਕੀਤਾ ਹੋਏਗਾ, ਤੇ ਉਹਨੇ ਬਹੁਤ ਵੱਡਾ ਜ਼ੁਰਮ ਹੀ ਕੀਤਾ ਆ। ਇਹ ਪੰਜਾਬ ਦੀ ਗੱਲ ਹੈ। ਇਹ ਪੰਜਾਬ ਦੀ ਗੱਲ ਹੈ। ਬਾਕਾਇਦਾ ਮੈਂ ਉਸ ਪਬਲਿਸ਼ਰ ਨੂੰ ਲਿਖਿਆ, ਫਿਰ ਉਸ ਪਬਲਿਸ਼ਰ ਨੇ ਉਹ ਸਾਰੀਆਂ ਕਿਤਾਬਾਂ ਵਾਪਸ ਲਈਆਂ। ਅੱਛਾ। ਉਹਨੇ ਦੁਬਾਰ ਤੋਂ ਮੁੜ ਤੋਂ ਛਪਵਾਈਆਂ। ਤੇ ਪਬਲਿਸ਼ਰ ਦਾ ਇਹ ਕਹਿਣਾ ਸੀ ਕਿ ਅਸੀਂ ਦਿੱਲੀ ਬੈਠੇ ਹਾਂ, ਸਾਨੂੰ ਇਸ ਪੂਰੇ ਚੀਜ਼ਾਂ ਬਾਰੇ ਨਹੀਂ ਪਤਾ। ਤੇ ਘੱਟੋ ਘੱਟ ਉਹਨੇ, ਹੁਣ ਇਹ ਨਹੀਂ ਮੈਨੂੰ ਪਤਾ ਵੀ ਉਹਨੂੰ ਪਤਾ ਸੀ ਕਿ ਨਹੀਂ ਪਤਾ ਸੀ। ਦਿੱਲੀ ਕਿਹਨੂੰ ਨਹੀਂ ਪਤਾ ਕਿ ਗੁਰਦੁਆਰੇ ਅੱਜ। ਪਰ ਦੂਸਰੀ ਉਦਾਹਰਨ ਹੈ ਕਿ ਪਾਤੜਾਂ ਦੇ ਵਿੱਚ ਸਕੂਲ ਹੈ। ਉਹ ਸਕੂਲ ਜਿਹੜਾ ਪੰਜਾਬੀ ਦੇ ਵਿੱਚ ਬੋਲਦਾ ਆ ਤੇ ਉਹਨਾਂ ਮੋਨੀਟਰ ਨੂੰ ਇਹ ਜ਼ਿੰਮੇਵਾਰੀ ਲਾਈ ਹੈ ਕਿ ਜਿਹੜਾ ਬੱਚਾ ਪੰਜਾਬੀ 'ਚ ਬੋਲੇਗਾ ਉਹਦਾ ਨਾਮ ਨੋਟ ਕਰੋ, ਤੇ ਉਹਨੂੰ ਜੁਰਮਾਨਾ ਲਾਉਂਦੇ ਆ। ਯਾਨੀ ਇੱਕ ਅੰਗਰੇਜ਼ੀ ਜ਼ੁਬਾਨ ਸਿਖਾਉਣ ਲਈ ਇੰਨਾ ਡੰਡਾ ਰੱਖਿਆ ਹੋਇਆ ਕਿ ਤੁਸੀਂ ਦੂਸਰੀ ਜ਼ੁਬਾਨ ਦਾ ਜੇ ਕੋਈ ਸ਼ਬਦ ਬੋਲੋਗੇ ਤੇ ਤੁਹਾਨੂੰ ਜੁਰਮਾਨਾ ਹੋਏਗਾ।
ਤੇ ਇਸੇ ਤਰ੍ਹਾਂ ਤੀਸਰੀ ਉਦਾਹਰਨ ਹੈ ਕਿ ਮੈਂ ਰਾਜਪੁਰੇ ਦੇ ਨੇੜੇ ਤੇੜੇ ਦੇ ਸਕੂਲਾਂ ਨੂੰ ਜਦੋਂ ਵੇਖਿਆ ਜਾ ਕੇ, ਉਹਨਾਂ ਦੇ ਦਫ਼ਤਰਾਂ ਦੇ ਵਿੱਚ ਹਿੰਦੀ ਜ਼ੁਬਾਨ ਨੂੰ ਮਨਾਉਣ ਦਾ ਪੂਰਾ ਇੱਕ ਹਫ਼ਤਾ ਮਨਾਇਆ ਜਾ ਰਿਹਾ। ਤੇ ਉਹਦੇ ਵਿੱਚ ਬਾਕਾਇਦਾ ਵੱਡੇ ਵੱਡੇ ਪੋਸਟਰ ਲੱਗੇ ਹੋਏ ਆ ਕਿ ਹਿੰਦੀ ਸਾਡੀ ਸ਼ਾਨ ਹੈ, ਹਿੰਦੀ ਸਾਡਾ ਅਭਿਮਾਨ ਹੈ। ਤੇ ਕਿਤੇ ਨਾ ਕਿਤੇ ਵੀ ਇੱਕ ਜ਼ੁਬਾਨ ਜਿਹੜੀ ਤੁਹਾਡੀ ਬੁਨਿਆਦ ਹੈ, ਜਿਹੜੀ ਤੁਹਾਡੀ ਮਾਂ ਬੋਲੀ ਹੈ, ਮਸਲਾ ਇਕੱਲਾ ਪੰਜਾਬੀ ਦਾ ਨਹੀਂ, ਜਿਹਦੀ ਵੀ ਮਾਂ ਬੋਲੀ ਹੈ, ਤੁਸੀਂ ਉਸ ਮਾਂ ਬੋਲੀ ਦੇ ਲਈ ਤਾਂ ਇੰਨੀ ਕੋਈ ਮਸ਼ੱਕਤ ਕਰਦੇ ਨਹੀਂ, ਤੇ ਇੱਕ ਜ਼ੁਬਾਨ ਨੂੰ ਤੁਸੀਂ ਇਸ ਢੰਗ ਦੇ ਨਾਲ ਕਰ ਰਹੇ ਹੋ, ਤੇ ਉਹ ਵੀ ਪੰਜਾਬ ਦੇ ਵਿੱਚ। ਤੇ ਜਦੋਂ ਸਰਕਾਰ ਕਹਿ ਦਿੰਦੀ ਹੈ ਕਿ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਤੱਕ ਜੀ ਪੰਜਾਬੀ ਕੰਪਲਸਰੀ ਕਰਤੀ, ਜ਼ਰੂਰੀ ਕਰਤੀ ਹੈ, ਪੜ੍ਹਾਉਣਗੇ ਸਕੂਲ, ਪਰ ਅਸਲ ਜਿਹੜੀ ਬਦਤਮੀਜ਼ੀ ਹੈ, ਬਦਤਮੀਜ਼ੀ ਕਵਾਂਗੇ ਕਿ ਨਰਸਰੀ ਤੋਂ ਪਹਿਲੀ ਜਮਾਤ ਤੋਂ ਪਹਿਲਾਂ ਉਹ ਬੱਚਾ 3 ਜਮਾਤਾਂ ਪੜ੍ਹ ਕੇ ਆਉਂਦਾ, ਕਿ ਉਹ ਨਰਸਰੀ ਜਿਹੜਾ ਜੂਨੀਅਰ ਤੇ ਸੀਨੀਅਰ ਕਿੰਡਰਗਾਰਟਨ ਪੜ੍ਹ ਕੇ ਆਉਂਦਾ ਹੈ, ਉਹਦੇ ਵਿੱਚ ਉਹਨੂੰ ਪਹਿਲਾਂ ਹਿੰਦੀ ਪੜ੍ਹਾਉਣਾ ਤੇ ਅੰਗਰੇਜ਼ੀ ਪੜ੍ਹਾਉਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ। ਤੇ ਇਹਦੇ ਵਿੱਚ ਇੱਕ ਹੋਰ ਕੁੰਡੀ ਹੈ, ਜਦੋਂ ਪ੍ਰਿੰਸੀਪਲ ਨੂੰ ਮੈਂ ਕਿਸੇ ਨੂੰ ਕਿਹਾ ਵੀ ਕਿਉਂ ਤੁਸੀਂ ਵੀ ਇੰਨੀ ਢੀਠਤਾ ਕਿਉਂ ਰੱਖ ਰਹੇ ਹੋ, ਉਹ ਕਹਿੰਦੇ ਵੀ ਅਸੀਂ ਤੇ ਕਰ ਦਾਂਗੇ, ਮਾਪੇ ਆਪ ਕਹਿ ਕੇ ਆਉਂਦੇ ਆ, ਕਹਿੰਦੇ ਇਹਨੂੰ ਪੰਜਾਬੀ ਪੜ੍ਹਾਉਣ ਲਈ ਨਹੀਂ ਤੁਹਾਡੇ ਸਕੂਲ ਚ ਲਾਇਆ। ਮਤਲਬ ਉਹ ਮਾਪਿਆਂ ਦੀ ਕਿੱਡੀ ਵੱਡੀ ਬਦਤਮੀਜ਼ੀ ਹੈ, ਮਤਲਬ ਸਖਤ ਸ਼ਬਦ ਹੈ, ਪਰ ਆਪਣੇ ਆਪ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਵਿੱਚ, ਬਿਲਕੁਲ ਹੋ ਰਿਹਾ ਹੈ। ਔਰ ਮਾਪਿਆਂ ਨਾਲ ਗੱਲ ਕਰੋ ਤੇ ਕਹਿੰਦੇ ਕਿ ਸਕੂਲ ਫਾਈਨ ਕਰਦੇ ਆ, ਅਸੀਂ ਕੀ ਕਰੀਏ। ਸਪਲਾਈ ਐਂਡ ਡਿਮਾਂਡ ਹੈ, ਕਹਿੰਦੀ ਹੈ ਤੁਸੀਂ ਜਿਹੜੀ ਚੀਜ਼ ਮੰਗੋਗੇ ਉਹਦਾ ਸਪਲਾਈ ਹੋਊਗਾ। ਤੁਸੀਂ ਹਿੰਦੀ ਔਰ ਅੰਗਰੇਜ਼ੀ ਮੰਗ ਰਹੇ ਹੋ, ਤਾਂ ਕਰਕੇ ਤੁਹਾਨੂੰ ਹਿੰਦੀ ਔਰ ਅੰਗਰੇਜ਼ੀ ਪਰੋਸੀ ਜਾ ਰਹੀ ਹੈ। ਸੋ ਇਹ ਮਾਪਿਆਂ ਦੀ ਬਦਤਮੀਜ਼ੀ ਹੈ, ਉਹਨਾਂ ਦੀ ਜਾਹਲਤਾ ਹੈ, ਉਹਨਾਂ ਦੀ ਨਾਸਮਝੀ ਹੈ, ਔਰ ਉਹਨਾਂ ਦੀ ਬੇਕਦਰੀ ਹੈ ਜ਼ੁਬਾਨ ਦੇ ਵੱਲ, ਉਹਨਾਂ ਦਾ ਪਿੱਠ ਦਿਖਾਣਾ ਆਪਣੀ ਮਾਂ ਵੱਲ, ਆਪਣੇ ਵਿਰਸੇ ਵੱਲ। ਮੈਂ ਡਾਇਸਪੋਰਾ ਵਿੱਚ ਵੀ ਵੇਖਣੀ ਆ, ਹੁਣ ਕੈਨੇਡਾ ਹੈ, ਪਹਿਲਾਂ ਅਮਰੀਕਾ ਵਿੱਚ ਥੋੜ੍ਹਾ ਜਿਹਾ ਵੱਖਰਾ ਮਾਹੌਲ ਹੈ, ਕਿਉਂਕਿ 2-3 ਜਨਰੇਸ਼ਨਸ ਤੋਂ ਪੜ੍ਹੇ ਲਿਖੇ ਲੋਕ ਆਏ ਉੱਥੇ, ਹੈ ਨਾ, ਕਿਉਂਕਿ ਅਮਰੀਕਾ ਸਾਰੇ ਜਣੇ ਖਣੇ ਨੂੰ ਵੀਜ਼ਾ ਨਹੀਂ ਦਿੰਦਾ ਹੁੰਦਾ, ਤੇ ਕੁਝ ਸਪੈਸ਼ਲ ਸਕਿਲਡ ਜਾਂ ਪੜ੍ਹਾਈ ਦੇ ਬੇਸਿਸ 'ਤੇ ਦਿੰਦਾ ਹੁੰਦਾ। ਉਹ ਜਿਹੜੇ ਆਏ ਆ ਪੰਜਾਬੀ ਉੱਥੇ ਜਾਂ ਸਿੱਖ ਆਏ ਨੇ, ਉਹਨਾਂ ਨੂੰ ਆਪਣੀ ਮਾਦਰੀ ਜ਼ੁਬਾਨ ਦੀ ਥੋੜ੍ਹੀ ਜਿਹੀ ਕਦਰ ਹੈ। ਸੋ ਮੈਂ ਜਿਵੇਂ ਕਿਤਾਬਾਂ ਲਿਖਦੀ ਹਾਂ, ਅਮਰੀਕਾ ਵਿੱਚ ਜਿਹੜੀ ਕਦਰ ਪਾਈ ਜਾਂਦੀ ਹੈ ਉਹ ਕਿਤਾਬਾਂ ਦੀ, ਉਹ ਵੱਖਰੀ ਹੈ। ਗੁਰਦੁਆਰੇ ਮੈਨੂੰ ਸੱਦਦੇ ਨੇ ਬੋਲਣ ਵਾਸਤੇ, ਸਟੋਰੀ ਟੈਲਿੰਗ ਸੈਸ਼ਨ ਕਰਨ ਵਾਸਤੇ, ਬੱਚਿਆਂ ਦੇ ਨਾਲ ਉਹਨਾਂ ਨੂੰ ਸਮਝਾਉਣ ਵਾਸਤੇ ਕਿ ਮਾਂ ਬੋਲੀ ਨੂੰ ਕਿਉਂ ਅਤੇ ਕਿਵੇਂ ਸਿੱਖਣਾ ਚਾਹੀਦਾ। ਮਾਪਿਆਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਬੁੱਕਸ ਖਰੀਦਣ ਵਾਸਤੇ ਔਰ ਸਾਈਨ ਕਰਾਉਣ ਵਾਸਤੇ। ਕੈਨੇਡਾ ਅਸੀਂ ਗਏ, ਉੱਥੇ ਬਿਲਕੁਲ ਬੇਕਦਰੀ, ਨਾ ਕਿਸੇ ਨੂੰ ਮਾਂ ਬੋਲੀ ਦੇ ਨਾਲ, ਮਤਲਬ ਉਹਨਾਂ ਦੇ ਘਰ ਹੈ ਹੀ ਹੈ, ਉਹ ਕਹਿੰਦੇ ਸਾਡੇ ਬੱਚੇ ਇੱਦਾਂ ਹੀ ਸਿੱਖ ਜਾਣਗੇ ਕਿਉਂਕਿ ਬੀਜੀ ਬਾਪੂ ਜੀ ਬੋਲਦੇ ਹੀ ਹੈ ਪੰਜਾਬੀ, ਹੈ ਨਾ, ਅਤੇ ਅਸੀਂ ਨਵੇਂ ਆਏ ਹਾਂ, ਉਹਨਾਂ ਨੂੰ ਸਾਰੇ ਪੰਜਾਬੀ ਬੋਲਦੇ ਉਹਨਾਂ ਨੂੰ। ਪਰ ਜਦ ਕਈ ਵੱਡੇ ਬੱਚਿਆਂ ਨਾਲ ਗੱਲ ਕਰੋ ਤਾਂ ਉਹਨਾਂ ਨੂੰ ਪੰਜਾਬੀ ਦਾ ਇੱਕ ਅੱਖਰ ਨਹੀਂ ਪੜ੍ਹਨਾ ਆਉਂਦਾ, ਤੇ ਨਾਲ ਦੇਖੋ ਉਹਨਾਂ ਦੀ ਅੰਗਰੇਜ਼ੀ ਵੀ ਬਹੁਤ ਮਾੜੀ ਹੈ ਜੀ। ਉਹੀ ਹਾਲ ਜਿਹੜਾ ਪੰਜਾਬ ਵਿੱਚ ਹੁੰਦਾ ਹੈ, ਦੋਵੇਂ ਜ਼ਬਾਨਾਂ ਪੱਖੋਂ ਉਹ ਕਮਜ਼ੋਰ ਨੇ, ਉਹੀ ਕੈਨੇਡਾ ਵਿੱਚ ਹੋ ਰਿਹਾ, ਕਿਉਂਕਿ ਉਹਨਾਂ ਨੂੰ ਨਾ ਸ਼ਬਦ ਦੇ ਨਾਲ ਪਿਆਰ ਨਹੀਂ ਹੈ, ਉਹਨਾਂ ਨੂੰ ਸਿਰਫ ਆਰਥਿਕ ਤਰੱਕੀ ਦੇ ਨਾਲ ਪਿਆਰ ਹੈ ਕਿ ਅਸੀਂ ਉੱਥੇ ਜਾ ਕੇ ਵੱਡੇ ਘਰ ਲੈਣੇ ਨੇ, ਕਾਰਾਂ ਲੈਣੀਆਂ ਨੇ। ਤੁਸੀਂ ਉਹ ਮਾਹੌਲ ਇੱਥੇ ਦੇਖ ਰਹੇ ਹੋ, ਵੱਡੀਆਂ ਕੋਠੀਆਂ ਜਿਨ੍ਹਾਂ ਦੇ ਉੱਤੇ ਜਹਾਜ਼ ਬਣੇ ਹੁੰਦੇ ਨੇ, ਹੈ ਨਾ, ਵੱਡੀਆਂ। ਉਹ ਜਿਹੜਾ ਦਿਖਾਵੇ ਦਾ ਜਿਹੜਾ ਸਾਡੀ ਜਿਹੜੀ ਤਾਂਘ ਹੈ, ਸਾਡੀ ਜਿਹੜੀ ਰੀਝ ਹੈ, ਉਹ ਪੂਰੀ ਨਹੀਂ ਹੋਈ, ਪੁੱਗੀ ਨਹੀਂ। ਉੱਥੇ ਜਾ ਕੇ ਉਹੀ ਪੁਗਾ ਰਹੇ ਨੇ। ਫਿਰ ਪਤਾ ਚੱਲਦਾ ਹੈ ਜਦ ਉਹਨਾਂ ਦੀ ਕੋਠੀਆਂ ਬਣ ਜਾਂਦੀਆਂ ਨੇ, ਜਦ ਉਹਨਾਂ ਦੀਆਂ ਕਿਸ਼ਤਾਂ ਉਤਰ ਜਾਂਦੀਆਂ ਨੇ, ਕਿ ਜਿਨ੍ਹਾਂ ਦੇ ਪਿੱਛੇ ਅਸੀਂ ਆਏ ਸੀ ਉਹ ਤੇ ਹੱਥੋਂ ਗਵਾ ਬੈਠੇ, ਬੱਚੇ ਹੱਥੋਂ ਨਿਕਲ ਗਏ, ਬੱਚੇ ਜ਼ੁਬਾਨ ਦੇ ਨਾਲ ਨਹੀਂ ਜੁੜੇ, ਬੱਚੇ ਮਜ਼ਹਬ ਦੇ ਨਾਲ ਨਹੀਂ ਜੁੜੇ, ਬੱਚੇ ਵਿਰਸੇ ਦੇ ਨਾਲ ਨਹੀਂ ਜੁੜੇ, ਬੱਚੇ ਹੱਥੋਂ ਨਿਕਲ ਗਏ। ਫਿਰ ਉਹਨਾਂ ਨੂੰ ਲੱਗਦਾ ਹੈ ਕਿੱਥੇ ਕਿ ਅਸੀਂ ਪਿਛਲੇ 20 ਸਾਲਾਂ ਵਿੱਚ ਕੀ ਖੱਟਿਆ ਇੱਥੇ ਆ ਕੇ। ਸਾਡੇ ਘਰਾਂ ਦੇ ਵਿੱਚ ਨਾ ਟੀਵੀ ਸੀ, ਨਾ ਰੇਡੀਓ ਸੀ, ਪਰ ਇੱਕ ਬੜਾ ਸੋਹਣਾ ਸਾਡੇ ਘਰ ਦਾ ਇੱਕ ਸੁਭਾਅ ਸੀ। ਹਰ ਸਰਦੀਆਂ ਸਾਡੀਆਂ ਇੱਕੋ ਜਿਹੀਆਂ ਹੁੰਦੀਆਂ ਸੀ। ਜਦੋਂ ਸਿਆਲਾਂ ਦੇ ਦਿਨ ਹੋਣੇ, ਰਾਤ ਨੂੰ ਸਾਰਾ ਕੰਮ ਸਮੇਟ ਕੇ ਤੇ ਅਸੀਂ ਆਪਣੇ ਬੀਜੀ ਤੇ ਪਾਪਾ ਜੀ ਦੇ ਕਮਰੇ 'ਚ ਆ ਜਾਣਾ, ਤੇ ਪਾਪਾ ਜੀ ਦੇ ਨਾਲ ਇੱਕ ਰਜਾਈ 'ਚ ਮੈਂ ਪੈ ਜਾਣਾ, ਦੂਸਰੇ 'ਚ ਮੇਰੇ ਭੈਣ ਭਰਾਵਾਂ ਨੇ, ਤੇ ਬੀਜੀ ਨੇ ਸਾਖੀਆਂ ਸੁਣਾਉਣੀਆਂ। ਭਾਈ ਬਾਲੇ ਦੀ ਸਾਖੀ, ਸੂਰਜ ਪ੍ਰਕਾਸ਼, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ,
ਤੇ ਹਰ ਸਿਆਲ ਦੇ ਵਿੱਚ ਪੂਰਾ ਸਿਆਲ ਜਿਹੜਾ ਆ ਉਹ ਐਦਾਂ ਸਾਖੀਆਂ ਸੁਣਦੇ ਲੰਘ ਜਾਣਾ। ਵਾਹ। ਫਿਰ ਅਗਲਾ ਸਿਆਲ ਆਉਣਾ, ਉਸ ਦੇ ਵਿੱਚ ਫਿਰ ਤੋਂ ਉਹੀ ਭਾਈ ਬਾਲੇ ਦੀ ਸਾਖੀ ਸੁਣਨੀ। ਪੱਕੀਆਂ ਹੋ ਜਾਣੀਆਂ ਤੇ ਸਾਰੀਆਂ ਸਾਖੀਆਂ ਫਿਰ। ਮੈਨੂੰ ਲੱਗਦਾ ਪੂਰਾ ਇੱਕ ਦਹਾਕਾ ਜਦੋਂ ਤੱਕ ਮੈਂ ਹੋਸਟਲ 'ਚ ਨਹੀਂ ਗਿਆ ਤੇ ਇਸੇ ਤਰ੍ਹਾਂ ਸੁਣਿਆ ਆ ਅਸੀਂ। ਇਸ ਤਰ੍ਹਾਂ ਦਾ ਕੋਈ ਸਬੱਬ ਮੁੜ ਬਣਨਾ ਚਾਹੀਦਾ ਘਰਾਂ ਦੇ ਅੰਦਰ। ਇਹ ਸੋਹਣੀ ਗੱਲ ਹੈ। ਮੈਂ ਇਹ ਕਹਿੰਦੀ ਹਾਂ ਕਿ ਲੋਰੀਆਂ, ਸਾਖੀਆਂ, ਬਾਤਾਂ, ਲੋਕ ਕਥਾਵਾਂ, ਇਹ ਸਾਰੀਆਂ ਖੰਭ ਲਾ ਕੇ ਕਿਧਰੇ ਉੱਡ ਗਈਆਂ ਨੇ। ਬਿਲਕੁਲ। ਤੇ ਮੇਰਾ ਜਿਹੜਾ ਛੋਟਾ ਜਿਹਾ ਉਪਰਾਲਾ ਹੈ ਉਹਨਾਂ ਨੂੰ ਵਾਪਸ ਲਿਆਉਣ ਦਾ। ਬਿਲਕੁਲ। ਕਿਉਂਕਿ ਦਾਦੀਆਂ ਨਾਨੀਆਂ ਨੂੰ ਅੱਜ ਕੱਲ੍ਹ ਵੇਲਾ ਨਹੀਂ ਹੈ, ਉਹਨਾਂ ਨੂੰ ਆਉਂਦੀਆਂ ਵੀ ਨਹੀਂ ਨੇ, ਪਰ ਇਹ ਕਿਤਾਬਾਂ ਦੇ ਰਾਹੀਂ ਜਦੋਂ ਪੜ੍ਹਦੀਆਂ ਨੇ ਤੇ ਉਹਨਾਂ ਨੂੰ ਲੱਗਦਾ ਆਹ ਬਾਤ ਮੈਂ ਸੁਣੀ ਹੋਈ ਹੈ, ਮੇਰੀ ਬੀਬੀ ਨੇ ਸੁਣਾਈ ਸੀ। ਬਿਲਕੁਲ। ਤੇ ਫਿਰ ਉਹਨਾਂ ਨੂੰ ਹੋਰ ਦੀ ਹੋਰ ਅੱਗੇ ਯਾਦ ਆਉਂਦੀਆਂ ਜਾਂਦੀਆਂ ਨੇ। ਮੈਂ ਆਪਣੀ ਕੁੜੀ ਦੀ ਜਿਹੜੀ ਪੰਜਾਬੀ ਕਿਤਾਬ ਹੈ ਸਕੂਲ ਦੀ, ਉਹ ਵੀ ਵੇਖ ਰਿਹਾ ਸੀ। ਉਹਦੇ ਵਿੱਚ ਕਹਾਣੀ ਸੀ, ਕਹਾਣੀ ਤੋਂ ਬਾਅਦ ਅਰਥ ਅਖੀਰ ਤੇ ਜੋ ਪ੍ਰਸ਼ਨ ਉੱਤਰੀ ਹੁੰਦੀ ਆ, ਉਹਦੇ ਵਿੱਚ ਹੈਗਾ ਸੀ ਕਿ ਪਾਣੀ ਪਾਣੀ ਹੋਣਾ, ਤੇ ਉਹਦਾ ਅਰਥ ਅੱਗੋਂ ਕੀਤਾ ਹੋਇਆ ਸੀ ਵੀ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ। ਜਦੋਂ ਕਿ ਮੁਹਾਵਰਾ ਇਹ ਆ ਕਿ ਪਾਣੀ ਪਾਣੀ ਹੋਣਾ ਬਹੁਤ ਸ਼ਰਮਿੰਦੇ ਹੋਣਾ। ਤੇ ਬਾਕਾਇਦਾ ਫਿਰ ਮੈਂ ਉਹਦੇ ਅਧਿਆਪਕ ਨੂੰ ਲਿਖ ਕੇ ਭੇਜਿਆ ਕਿ ਇਹਨੂੰ ਠੀਕ ਕਰਵਾਓ। ਤੇ ਉਹਨਾਂ ਨੇ ਵੀ ਇਹੋ ਕਿਹਾ, ਕਹਿੰਦੇ ਅਸੀਂ ਵੀ ਅਗਲਿਆਂ ਨੂੰ ਲਿਖ ਕੇ ਭੇਜਿਆ ਹੋਇਆ ਵੀ ਤੁਸੀਂ ਇਹ ਜਿਹੜੀ ਵਿਆਖਿਆ ਕੀਤੀ ਹੈ ਇਹ ਗਲਤ ਹੈ। ਤੇ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਨਿੱਕੀਆਂ ਨਿੱਕੀਆਂ ਗੱਲਾਂ ਨੇ। ਜਦੋਂ ਆਪਾਂ ਕਹਿੰਦੇ ਹਾਂ ਕਿ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਲਾਗੂ ਹੈ, ਤਾਂ ਉਹਦਾ ਦੂਜਾ ਸੱਚ ਇਹ ਵੀ ਹੈ ਕਿ ਉਹ ਸਿਰਫ ਇੱਕ ਨਿਯਮ ਹੈ, ਚਾਅ ਨਹੀਂ ਹੈਗਾ। ਤੇ ਦੂਸਰੀ ਗੱਲ ਹੈ ਕਿ ਪਹਿਲੀ ਜਮਾਤ ਤੋਂ ਪਹਿਲਾਂ ਜਵਾਕ 3 ਜਮਾਤਾਂ ਪੜ੍ਹ ਰਹੇ ਆ ਨਿੱਕੀਆਂ ਨਿੱਕੀਆਂ, ਤੇ ਉਹ ਨਿੱਕੀਆਂ ਨਿੱਕੀਆਂ ਜਮਾਤਾਂ ਦੇ ਵਿੱਚ ਉਹ ਹਿੰਦੀ ਪੜ੍ਹ ਰਹੇ ਆ ਜਾਂ ਅੰਗਰੇਜ਼ੀ ਪੜ੍ਹ ਰਹੇ ਆ। ਮੇਰੀ ਜਿਹੜੀ ਇਲਸਟ੍ਰੇਟਰ ਹੈ, ਇਹਦਾ ਨਾਂ ਛਾਇਆ ਪ੍ਰਭਾਤ ਹੈ, ਉਹ ਮਦਰਾਸ ਦੀ ਕੁੜੀ ਹੈ। ਉਹ ਹਾਂਗਕਾਂਗ ਪੜ੍ਹਨ ਗਈ ਸੀ ਤਾਂ ਮੈਂ ਵਰਲਡ ਵਾਈਡ ਆਪਣਾ ਇਲਸਟ੍ਰੇਟਰ ਦੀ ਜੋਬ ਐਡਵਰਟਾਈਜ਼ ਕੀਤੀ ਸੀ ਤੇ ਉਹਨੇ ਆਪਣੀ ਅਰਜ਼ੀ ਦਿੱਤੀ ਸੀ। ਤੇ ਉਹਦੇ ਨਾਲ ਮੇਰੀ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਹੋਈ। ਮੈਂ ਕਿਹਾ ਛਾਇਆ ਤੂੰ ਚੇਨਈ ਰਹਿੰਦੀ ਆ? ਕਹਿੰਦੀ ਹੈ ਹਾਂ, ਚੇਨਈ ਵਾਪਸ ਆ ਗਈ। ਮੈਂ ਕਿਹਾ ਤੁਹਾਡੇ ਇੱਥੇ ਹਿੰਦੀ ਪੜ੍ਹਾਈ ਜਾਂਦੀ ਹੈ? ਕਹਿੰਦੀ ਬਿਲਕੁਲ ਨਹੀਂ, ਸਾਡੇ ਸਕੂਲਸ ਵਿੱਚ ਹਿੰਦੀ ਨਹੀਂ ਪੜ੍ਹਾਈ ਜਾਂਦੀ। ਮੈਂ ਕਿਹਾ ਕਿ ਹਿੰਦੀ ਤਾਂ ਨੈਸ਼ਨਲ ਲੈਂਗੁਏਜ ਹੈ, ਸਾਡੇ ਪੰਜਾਬ ਵਿੱਚ ਤੇ ਰੂਲ ਹੈ ਕਿ ਹਿੰਦੀ ਲਾਜ਼ਮੀ ਹੈ। ਕਹਿੰਦੇ ਨਹੀਂ, ਅਸੀਂ ਨਹੀਂ, ਸਾਡੇ ਤਮਿਲਨਾਡੂ ਵਿੱਚ ਨਹੀਂ ਹੈ, ਤੇ ਸਾਡਾ ਤੇ ਬਹੁਤ ਰੈਜ਼ਿਸਟੈਂਸ ਹੈ ਹਿੰਦੀ ਦੇ ਖਿਲਾਫ। ਹਾਂ, ਈਵਨ ਜਵਾਹਰ ਨਵੋਦਿਆ ਵਿਦਿਆਲਿਆ 1986 'ਚ ਜਦੋਂ ਸ਼ੁਰੂ ਹੋਏ ਤੇ ਤਮਿਲਨਾਡੂ ਦੇ ਵਿੱਚ ਇੱਕ ਵੀ ਨਹੀਂ ਹੈ। ਤੇ ਉਹਦਾ ਕਾਰਨ ਇਹੋ ਹੈ ਕਿ ਹਿੰਦੀ, ਕਿਉਂਕਿ ਉਹਨਾਂ ਦੀ ਜੋ ਪੂਰਾ ਵਿਦਿਅਕ ਢਾਂਚਾ ਸੀ ਉਹਦੇ ਵਿੱਚ ਹਿੰਦੀ ਸੀ। ਤੇ ਉਹ ਕਹਿੰਦੇ ਵੀ ਜੇ ਤੁਸੀਂ ਮਾਂ ਬੋਲੀ ਦੇ ਵਿੱਚ ਨਹੀਂ ਸਿੱਖਿਅਤ ਕਰ ਸਕਦੇ ਤੇ ਫਿਰ ਸਾਨੂੰ ਅਜਿਹੀ ਵਿੱਦਿਆ ਦੀ ਨਹੀਂ ਲੋੜ ਹੈ। ਬਿਲਕੁਲ। ਤੇ ਪਰ ਮੈਂ ਇਹ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜੋ ਸੰਕਟ ਹੈ ਉਹ ਹੈ। ਤੁਹਾਨੂੰ ਕੀ ਲੱਗਦਾ ਆ? ਤੁਸੀਂ ਬਾਹਰ ਰਹਿ ਰਹੇ ਹੋ, ਬਾਹਰ ਕਿੱਡਾ ਕੁ ਸੰਕਟ ਹੈਗਾ ਆ? ਬਾਹਰ ਤੇ ਉਸ ਤੋਂ ਵੀ ਵੱਡਾ ਸੰਕਟ ਹੈ। ਜਿਹੜੇ ਅਮਰੀਕਾ, ਕੈਨੇਡਾ ਦੀ ਗੱਲ ਕਰ ਸਕਦੀ ਹਾਂ, ਦੂਜੇ ਮੁਲਕਾਂ ਦਾ ਮੈਨੂੰ ਪਤਾ ਨਹੀਂ, ਜਿਹੜੇ ਆਉਂਦੇ ਨੇ ਉਹਦੇ ਵਿੱਚ 95% ਉਹ ਨੇ ਜਿਨ੍ਹਾਂ ਨੂੰ ਗੁਰਦੁਆਰਿਆਂ ਦੇ ਨਾਲ ਜਾਂ ਪੰਜਾਬੀਅਤ ਦੇ ਨਾਲ ਜਾਂ ਪੰਜਾਬੀ ਦੇ ਨਾਲ ਵਾਬਸਤਾ ਕੁਝ ਨਹੀਂ ਹੈ। ਕਿਉਂਕਿ ਉਹ ਆਉਂਦੇ ਹੈ ਅਤੇ ਉਹ ਆਪਣਾ ਘਰ ਵਸਾਉਣ ਆਉਂਦੇ ਹੈ, ਉਹ ਜੱਦੋ ਜਹਿਦ 'ਚ ਲੱਗੇ ਹੁੰਦੇ ਹੈ ਕਿ ਕਦ ਇੱਥੇ ਜ਼ਮੀਨਾਂ ਵੇਚ ਕੇ ਆਏ ਨੇ ਕਿਸ਼ਤਾਂ ਪੂਰੀਆਂ ਕਰਨ। ਅਤੇ ਉਹਦੇ ਵਿੱਚ ਜਿਹੜੀ ਹੋਂਦ ਹੈ, ਭਾਵੇਂ ਉਹ ਮਜ਼ਹਬੀ ਹੋਂਦ ਹੋਵੇ ਜਾਂ ਜ਼ੁਬਾਨੀ ਹੋਂਦ ਹੋਵੇ, ਉਹ ਪਿੱਛੇ ਰਹਿ ਜਾਂਦੀ ਹੈ। ਅਤੇ ਉਹਨਾਂ ਦੇ ਬੱਚੇ ਬਿਲਕੁਲ ਵੀ ਨਹੀਂ ਜੁੜ ਪਾਉਂਦੇ। ਜਿਹੜੇ 5% ਕੁਛ ਜਾਂ ਤਾਂ ਸੁਚੇਤ ਨੇ ਜਾਂ ਫਿਰ ਉਹ ਆਰਥਿਕ ਪੱਖੋਂ ਆਪਣੇ ਆਪ ਨੂੰ ਸਟੇਬਲ ਮਹਿਸੂਸ ਕਰਦੇ ਨੇ, ਫਿਰ ਉਹਨਾਂ ਨੂੰ ਚੇਤਾ ਆਉਂਦਾ ਹੈ ਕਿ ਨਹੀਂ, ਸਾਨੂੰ ਕਿੱਥੇ ਹੋਰ ਧਿਆਨ ਦੇਣਾ ਹੈ, ਉਹ ਆਪਣੀ ਹੋਂਦ। ਉਹਨਾਂ ਦੇ ਬੱਚੇ ਫਿਰ ਉੱਥੇ ਗੁਰਦੁਆਰਿਆਂ ਵਿੱਚ ਸੰਡੇ ਸਕੂਲਸ ਨੇ ਜਿਹੜੇ ਕਿ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਦੇ ਨੇ, ਗੁਰਮਤਿ ਦੇ ਨਾਲ ਜੋੜਦੇ ਨੇ, ਉੱਥੇ ਭੇਜਦੇ ਨੇ। ਅਤੇ ਉਹ ਵੀ ਬਹੁਤ ਹੀ ਮੁੱਢਲੀ ਸਿੱਖਿਆ ਉੱਥੇ ਦਿੱਤੀ ਜਾਂਦੀ ਹੈ। ਅਤੇ ਇੱਕ ਲਿਪੀ ਅਤੇ ਬੋਲੀ ਦੇ ਵਾਸਤੇ ਇੱਕ ਦੁਆਰ ਹੁੰਦਾ ਹੈ ਨਾ, ਉਹ ਦੁਆਰ ਖੁੱਲ੍ਹਦਾ ਹੈ ਅਤੇ ਫਿਰ ਜਾ ਕੇ ਬੋਲੀ ਤੁਹਾਨੂੰ ਸਮਝ ਆਉਂਦੀ ਹੈ। ਬਿਲਕੁਲ। ਉਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਕਿ ਪੰਜਾਬੀ ਬੋਲੀ ਤਾਂ ਇੱਕ ਸਾਗਰ ਹੈ, ਉਹਦੇ ਵਿੱਚ ਫਿਰ ਉਹਨਾਂ ਨੂੰ ਜ਼ਰੂਰਤ ਵੀ ਮਹਿਸੂਸ ਨਹੀਂ ਹੁੰਦੀ। ਉਹਨਾਂ ਨੂੰ ਲੱਗਦਾ ਕਿ
ਜੇ ਆਪਾਂ ਆਪਣੇ ਬੱਚਿਆਂ ਨੂੰ ਜਦ ਉਹਨਾਂ ਨੂੰ ਬਾਣੀ ਪੜ੍ਹਨੀ ਆ ਗਈ ਜਾਂ ਪਾਠ ਕਰਨਾ ਆ ਗਿਆ ਤੇ ਅੱਗੇ ਕੀ ਲੋੜ ਹੈ ਕਿਸੇ ਚੀਜ਼ ਦੀ। ਗੱਲ ਹੈ ਕਿ ਉਹਨਾਂ ਨੂੰ ਬਾਣੀ ਪਾਠ ਕਰਨਾ ਆ ਗਿਆ ਪਰ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਜੋ ਵੀ ਉਹ ਪੜ੍ਹ ਰਹੇ ਨੇ। ਜਿੱਦਾਂ ਕਿ ਹੀਬਰੂ ਸਾਡੇ ਮਾਇਨੇ ਵਿੱਚ, ਜਿੱਦਾਂ ਮੁਸਲਮਾਨ ਅਰਬੀ ਵਿੱਚ ਆਪਣਾ ਕਲਮਾ ਪੜ੍ਹਦੇ ਨੇ, ਆਇਤਾਂ ਪੜ੍ਹਦੇ ਨੇ, ਹੀਬਰੂ ਵਿੱਚ ਜਿਹੜੇ ਯਹੂਦੀ ਹਨ ਉਹ ਆਪਣੇ ਪੜ੍ਹਦੇ ਨੇ ਧਰਮ ਗ੍ਰੰਥ, ਪਰ ਉਹਨਾਂ ਨੂੰ ਉਹ ਸਿਰਫ ਪੜ੍ਹਦੇ ਨੇ, ਉਹਨਾਂ ਨੂੰ ਅਰਥ ਨਹੀਂ ਪਤਾ। ਅਤੇ ਪੰਜਾਬੀ ਬੋਲੀ ਤਾਂ ਇੰਨੀ ਸੌਖੀ ਹੈ ਔਰ ਗੁਰਬਾਣੀ ਦੀ ਬੋਲੀ ਵੀ ਇੰਨੀ ਸੌਖੀ ਹੈ ਕਿ ਆਪਾਂ ਪੰਜਾਬੀ ਦੇ ਨਾਲ ਜੇ ਚੰਗੀ ਤਰ੍ਹਾਂ ਜੁੜੀਏ ਤਾਂ ਸਾਨੂੰ ਗੁਰਬਾਣੀ ਦੀ ਸੋਝੀ ਆਪੋ ਆਪ ਆਉਣੀ ਸ਼ੁਰੂ ਹੋ ਜਾਂਦੀ। ਕਿਸੇ ਨੌਕਰੀ ਦੇ ਲਈ ਜ਼ਰੂਰੀ ਹੋਵੇ ਕਿ ਪੰਜਾਬੀ ਦਾ ਪੇਪਰ ਲਾਜ਼ਮੀ ਆ, ਤਾਂ ਪੰਜਾਬੀ ਦਾ ਪੇਪਰ ਦੇ ਕੇ ਪਾਸ ਵੀ ਹੋ ਜਾਏਗਾ, ਪਰ ਉਹਦਾ ਇਹ ਅਰਥ ਬਿਲਕੁਲ ਨਹੀਂ ਹੈਗਾ ਕਿ ਉਹਨੂੰ ਪੰਜਾਬੀ ਆ ਗਈ। ਤੇ ਇਹ ਹੈ ਆ ਲਹਿੰਦੇ ਪੰਜਾਬ ਦੇ ਅੰਦਰ ਕੀ ਪੋਜੀਸ਼ਨ ਹੈ? ਲਹਿੰਦੇ ਪੰਜਾਬ ਵਿੱਚ ਤਾਂ ਹੋਰ ਵੀ ਮਾੜੀ ਹੈ, ਕਿਉਂਕਿ ਸਾਡੇ ਪੰਜਾਬ ਵਿੱਚ ਐਟਲੀਸਟ ਚੜ੍ਹਦੇ ਪੰਜਾਬ ਵਿੱਚ ਘੱਟ ਤੋਂ ਘੱਟ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਬਚੀ ਹੋਈ ਹੈ। ਸਰਕਾਰੀ ਸਕੂਲ ਦੇ ਬੱਚੇ ਪੰਜਾਬੀ ਵਿੱਚ ਬੋਲਦੇ ਨੇ ਔਰ ਵਿਸ਼ਵਾਸ ਦੇ ਨਾਲ ਬੋਲਦੇ ਨੇ ਅਤੇ ਚੰਗੀ ਪੜ੍ਹਦੇ ਲਿਖਦੇ ਨੇ, ਅਤੇ ਅੱਗੇ ਪੰਜਾਬੀ ਵਿੱਚ MBA MA ਵੀ ਕਰਦੇ ਨੇ। ਪਰ ਉੱਥੇ ਤਾਂ ਪੰਜਾਬੀ ਲਾਜ਼ਮੀ ਨਹੀਂ ਹੈ, ਸਕੂਲਾਂ ਵਿੱਚ ਲਾਜ਼ਮੀ ਕੀ ਹੈ ਹੀ ਨਹੀਂ, ਪੜ੍ਹਾਈ ਨਹੀਂ ਜਾਂਦੀ। ਅਤੇ ਉੱਥੇ ਮੈਂ ਜਦ ਗਈ ਤਾਂ ਮੈਂ ਬੱਚਿਆਂ ਦੇ ਨਾਲ ਆਪਣਾ ਕਹਾਣੀਆਂ ਸੁਣਾਈਆਂ, ਉਹਨਾਂ ਨੂੰ ਆਪਣੀ ਕਿਤਾਬਾਂ ਸਾਂਝੀਆਂ ਕੀਤੀਆਂ ਅਤੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਡੀ ਮਾਦਰੀ ਜ਼ਬਾਨ ਕੀ ਹੈ, ਅਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਕਿਹਾ ਉਰਦੂ ਹੈ। ਅਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਉਰਦੂ ਤੁਹਾਡੀ ਕੌਮੀ ਜ਼ਬਾਨ ਹੈ, ਤੁਹਾਡੀ ਮਾਦਰੀ ਜ਼ਬਾਨ ਕੀ ਹੈ। ਫਿਰ ਇੱਕ ਅੱਧ ਨੇ ਜਵਾਬ ਦਿੱਤਾ ਕਿ ਪੰਜਾਬੀ ਹੈ, ਡਰਦੇ ਡਰਦੇ। ਅਤੇ ਮੈਂ ਬਾਕੀਆਂ ਨੂੰ ਪੁੱਛਿਆ ਤੁਸੀਂ ਕੀ ਸੋਚਦੇ ਹੋ, ਤੁਸੀਂ ਲਾਹੌਰ ਬੈਠੇ ਹੋ ਅਤੇ ਪੰਜਾਬੀ ਕਿਸ ਦੀ ਜ਼ੁਬਾਨ ਹੈ ਜੇ ਉਰਦੂ ਤੁਹਾਡੀ ਮਾਦਰੀ ਜ਼ੁਬਾਨ ਹੈ? ਅਤੇ ਕਹਿੰਦੇ ਸਾਡੇ ਕੰਮ ਕਰਨ ਵਾਲਿਆਂ ਦੀ, ਸਾਡੇ ਡਰਾਈਵਰਾਂ ਦੀ। ਸੋ ਪੰਜਾਬੀ ਜ਼ੁਬਾਨ ਨੂੰ ਉਹਨਾਂ ਨੇ ਮਤਲਬ ਨੀਵੇਂ ਤਬਕੇ ਦੇ ਨਾਲ ਐਸੋਸੀਏਟ ਕੀਤਾ ਹੋਇਆ। ਦੋ ਗੱਲਾਂ ਨੇ, ਬੜੀ ਉਲਝਣ ਹੁੰਦੀ ਆ। ਮੈਂ ਕਹਿੰਦਾ ਕਿ ਬੜੀ ਖੂਬਸੂਰਤ ਹੈ ਕਿ ਘੱਟੋ ਘੱਟ ਡਰਾਈਵਰਾਂ ਨੇ, ਕੰਮ ਕਰਨ ਵਾਲਿਆਂ ਨੇ ਆਪਣੀ ਮਾਂ ਬੋਲੀ ਨੂੰ ਬਚਾ ਕੇ ਤਾਂ ਰੱਖਿਆ ਹੋਇਆ, ਸਹੇਜ ਕੇ ਤਾਂ ਰੱਖਿਆ ਹੋਇਆ। ਘੱਟੋ ਘੱਟ ਉਹ ਨੇ ਮਾਂ ਬੋਲੀ ਦੇ ਅਸਲ ਪੁੱਤ। ਬਿਲਕੁਲ ਨੇ। ਜਿਵੇਂ ਕਿ ਇੱਥੇ ਵੀ ਮੇਰਾ ਦੋਸਤ ਆ ਮਨਜੀਤ ਸਿੰਘ ਰਾਜਪੁਰਾ, ਉਹ ਇੱਕ ਟਿੱਪਣੀ ਕਰਦਾ ਹੁੰਦਾ ਬਹੁਤ ਸਖਤ। ਉਹ ਕਹਿੰਦਾ ਕਿ ਜੱਟਾਂ ਨੇ ਪੰਜਾਬੀ ਜ਼ੁਬਾਨ ਦਾ ਸਭ ਤੋਂ ਵੱਧ ਬੇੜਾ ਗਰਕ ਕੀਤਾ। ਅੱਛਾ। ਉਹ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬੀ ਜ਼ੁਬਾਨ ਦੇ, ਮਾਂ ਬੋਲੀ ਦੇ ਅਸਲ ਜਿਹੜੇ ਪੁੱਤ ਨੇ, ਵਾਰਸ ਨੇ, ਉਹ ਦਲਿਤਾਂ ਦੇ ਜਵਾਕ ਤੇ ਜਿਹੜੇ UP ਬਿਹਾਰ ਤੋਂ ਆਏ ਭਈਆਂ ਦੇ ਜਵਾਕ ਹੋਣਗੇ। ਬਿਲਕੁਲ। ਤੇ ਕਿਉਂਕਿ ਲੁਧਿਆਣੇ ਦੇ ਜਦੋਂ ਸਰਕਾਰੀ ਸਕੂਲਾਂ 'ਚ ਜਾਈਦਾ ਅਤੇ ਜਿਹੜੇ ਉਹ ਪ੍ਰਵਾਸੀ ਇੱਥੇ ਆਏ ਨੇ, ਉਹਨਾਂ ਨੇ ਇੱਥੋਂ ਦੀ ਜ਼ੁਬਾਨ ਨੂੰ ਇੰਨਾ ਸੋਹਣਾ ਸਿੱਖਿਆ ਅਤੇ ਉਹਨਾਂ ਦੇ ਜਵਾਕ ਸਰਕਾਰੀ ਸਕੂਲਾਂ 'ਚ ਇੰਨੀ ਸੋਹਣੀ ਮੁਹਾਰਨੀ ਬੋਲਦੇ ਨੇ। ਹਾਂਜੀ। ਅਤੇ ਇਹ ਇੱਕ ਬੜੀ ਉਲਝਣ ਵਾਲੀ ਹੈਗੀ ਆ ਸਾਡੀ ਹਾਲਤ ਕਿ ਜ਼ੁਬਾਨ ਨੂੰ ਬਚਾਇਆ ਵੀ ਕਿਵੇਂ ਜਾਵੇ ਅਤੇ ਜ਼ੁਬਾਨ ਨੂੰ ਸਹੇਜ ਕੇ ਵੀ ਕਿਵੇਂ ਰੱਖਿਆ ਜਾਵੇ। ਅਸੀਂ 2018 ਵਿੱਚ ਇੱਕ ਸਟੋਰੀ ਟੈਲਿੰਗ ਕੰਪੀਟੀਸ਼ਨ ਕਰਾਈ ਸੀਗੀ, ਉਹਦੇ ਸਾਡੀਆਂ ਕਿਤਾਬਾਂ ਦੇ ਆਧਾਰ 'ਤੇ, ਅਤੇ 500 ਦੇ ਕਰੀਬ ਐਂਟਰੀਜ਼ ਆਈਆਂ ਸੀ ਦੁਨੀਆ ਭਰ ਤੋਂ, ਜਿਹਦੇ ਕਿ ਜ਼ਿਆਦਾਤਰ ਪੰਜਾਬ ਤੋਂ ਆਈਆਂ ਸੀ, ਸਰਕਾਰੀ ਸਕੂਲਾਂ ਤੋਂ, ਕਿਉਂਕਿ ਅਸੀਂ ਸਰਕਾਰੀ ਸਕੂਲਾਂ 'ਚ ਆਪਣੀਆਂ ਕਿਤਾਬਾਂ ਮੁਫਤ ਦਿੰਦੇ ਹਾਂ। ਕਈ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਜ਼ ਨਹੀਂ ਨੇ ਅਤੇ ਅਸੀਂ 3-4 ਕਿਤਾਬਾਂ ਦਿੰਦੇ ਹਾਂ ਅਤੇ ਬੱਚੇ ਘੱਟ ਤੋਂ ਘੱਟ ਆਪਣੇ ਹੱਥਾਂ ਵਿੱਚ ਸੋਹਣੀਆਂ ਕਿਤਾਬਾਂ ਦੇਖ ਕੇ ਬੋਲੀ ਦਾ ਮਾਣ ਮਹਿਸੂਸ ਕਰਦੇ ਆ, ਬੋਲੀ ਦੇ ਨਾਲ ਜੁੜਦੇ ਆ। ਜ਼ਿਆਦਾਤਰ ਐਂਟਰੀਜ਼ ਜਿਹੜੀਆਂ ਆਈਆਂ ਪ੍ਰਵਾਸੀ ਬੱਚਿਆਂ ਦੀ ਆਈਆਂ ਸਾਡੇ ਕੋਲ, ਔਰ ਬਹੁਤ ਸੋਹਣੇ ਲਹਿਜੇ ਵਿੱਚ ਉਹਨਾਂ ਨੇ ਪੰਜਾਬੀ ਵਿੱਚ ਬੋਲ ਕੇ ਕਿਤਾਬਾਂ ਸੁਣਾਈਆਂ। ਔਰ ਉਹ ਇਹ ਕਿਤਾਬਾਂ ਦੇਖਦੇ ਆ। ਹੁਣ ਵੀ ਤਸਵੀਰਾਂ ਆਉਂਦੀਆਂ ਜਦ ਸਿਮਰਨ ਹੋਰੀ ਜਾ ਕੇ ਸਕੂਲਾਂ ਵਿੱਚ ਸਟੋਰੀ ਟੈਲਿੰਗ ਸੈਸ਼ਨ ਕਰਦੇ ਨੇ ਤਾਂ ਤਸਵੀਰਾਂ ਆਉਂਦੀਆਂ ਨੇ, ਅਤੇ ਮੈਂ ਕਹਿੰਦੀ ਹਾਂ ਪੰਜਾਬ ਦਾ ਮੁਹਾਂਦਰਾ ਬਦਲ ਰਿਹਾ ਹੈ। ਪਰ ਚਲੋ ਘੱਟ ਤੋਂ ਘੱਟ ਹੈ ਬੱਚੇ ਤਾਂ ਆਪਣੀ ਸਾਡੀ ਮਾਂ ਬੋਲੀ ਨੂੰ ਸਾਂਭਣਗੇ, ਅੱਗੇ ਤੋਰਨਗੇ। ਪਰ ਇੱਕ ਹੋਰ ਬੜੀ ਉਲਝਣ ਵਾਲੀ ਹਾਲਤ ਆ ਸਾਡੀ। ਲਹਿੰਦੇ ਪੰਜਾਬ ਦੀ ਆਪਾਂ ਗੱਲ ਕਰ ਰਹੇ ਸੀ। ਇੱਕ ਪਾਸੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਅਤੇ ਅਸੀਂ ਕੀਤਾ ਵੀ ਸ਼ੁਕਰ ਹੈ ਘੱਟੋ ਘੱਟ ਲਾਂਘਾ ਖੁੱਲ੍ਹਿਆ। ਉਹਦੇ ਲਈ ਫਿਰ ਜੋ ਉੱਥੇ ਉਸਾਰੀ ਹੋਈ, ਅਸੀਂ ਕਿਹਾ ਵੀ ਚੋਪੀ ਭਲੀ ਆ ਵੀ ਘੱਟੋ ਘੱਟ ਉਸਾਰੀ ਦੇ ਬਹਾਨੇ ਲਾਂਘਾ ਖੁੱਲ੍ਹ ਰਿਹਾ, ਕਿਉਂਕਿ ਉਹ ਸਾਡੀਆਂ ਅਰਦਾਸਾਂ 'ਚ ਆ ਕਿ ਜਿਹੜੇ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਆ ਉਹਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਉਹਦੇ ਲਈ ਅਸੀਂ ਇੱਕ ਉਹ ਵੀ ਇੱਕ ਉਜਾੜਾ ਹੋਇਆ ਜਦੋਂ ਉੱਥੇ ਬੇਤਰਤੀਬੀ ਉਸਾਰੀ ਹੋਈ। ਜਿਹੜਾ ਕਰਤਾਰਪੁਰ ਸਾਹਿਬ ਦਾ ਉਹ ਮਾਹੌਲ ਆ ਜਿਹੜਾ ਤੁਸੀਂ ਵੇਖਿਆ ਹੋਇਆ ਪਹਿਲਾਂ ਵਾਲਾ,
ਉਹ ਮਾਹੌਲ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਕਮਾਲ ਦਾ ਮਾਹੌਲ ਸੀ। ਹੁਣ ਵਾਲਾ ਮਾਹੌਲ ਬੇਸ਼ੱਕ ਸਾਨੂੰ ਨਹੀਂ ਹੋਣਾ ਚਾਹੀਦਾ ਸੀ, ਪਰ ਉਸ ਬਹਾਨੇ ਪੰਜਾਬੀ ਨੇ, ਸਿੱਖਾਂ ਨੇ ਇਸ ਕਰਕੇ ਚੁੱਪ ਭਲੀ ਸਮਝੀ ਵੀ ਘੱਟੋ ਘੱਟ ਲਾਂਘਾ ਖੁੱਲ੍ਹਿਆ, ਇਸ ਕਰਕੇ ਉਹਨੂੰ ਕਿਨਾਰੇ ਕਰ ਦਿਓ। ਪਰ ਕਿਤੇ ਨਾ ਕਿਤੇ ਹੈ ਤੇ ਸੰਕਟ ਹੈ ਨਾ ਕਿ ਸਾਡੇ ਗੁਰਦੁਆਰਿਆਂ ਦੀਆਂ ਜਿਹੜੀਆਂ ਇਮਾਰਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਸਾਡੀ ਇੱਕ ਵਾਸਤੂ ਕਲਾ, ਸਿੱਖ ਵਾਸਤੂ ਕਲਾ, ਹੋਣਾ ਤਾਂ ਇਹ ਚਾਹੀਦਾ ਸੀ ਕਿ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਜਾਂ ਪੰਜਾਬ ਦੇ ਸਕੂਲਾਂ ਦੀ ਵੀ ਜਿਹੜੀ ਭਵਨ ਨਿਰਮਾਣ ਕਲਾ ਆ, ਉਹ ਭਾਈ ਰਾਮ ਸਿੰਘ ਦੀ ਜਿਸ ਤਰ੍ਹਾਂ ਦੀ ਸਾਨੂੰ ਬਣਤਰ ਦਿੱਤੀ ਹੋਈ ਆ ਖਾਲਸਾ ਕਾਲਜ, ਉਸੇ ਤਰ੍ਹਾਂ ਦਾ ਕੁਛ ਹੁੰਦਾ। ਘੱਟੋ ਘੱਟ ਜਿਵੇਂ ਰਾਜਸਥਾਨ ਜਾਈਏ ਤਾਂ ਇੱਕ ਵੱਖਰਾ ਟੈਕਸਚਰ, ਇੱਕ ਵੱਖਰਾ ਪੂਰਾ ਇੱਕ ਮਾਹੌਲ ਮਹਿਸੂਸ ਹੁੰਦਾ ਹੈ ਵੀ ਹਾਂ ਇਹ ਰਾਜਸਥਾਨ ਹੈ। ਪੰਜਾਬ 'ਚ ਇਹ ਹੈ ਕਿ ਜਿਵੇਂ ਬਾਹਰੋਂ ਆਏ ਬਹੁਤ ਸਾਰੇ ਕਹਿੰਦੇ ਆ ਕਿ ਸਾਨੂੰ ਇੱਕ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ, ਅਨੰਦਪੁਰ ਸਾਹਿਬ ਦਾ ਗੁਰਦੁਆਰਾ ਅਤੇ ਜਾਂ ਕਿਸੇ ਵੀ ਤੀਸਰੇ ਸ਼ਹਿਰ ਦੇ ਗੁਰਦੁਆਰੇ ਇੱਕੋ ਜਿਹੇ ਲੱਗਦੇ ਆ। ਅਤੇ ਇਹ ਸੰਕਟ ਪਾਕਿਸਤਾਨ ਦੇ ਵਿੱਚ ਵੀ ਹੈ ਆ। ਇਸ ਲਹਿਜੇ ਤੋਂ ਜਾਂ ਇਸ ਪੱਖ ਤੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖ ਰਹੇ ਹੋ? ਮੈਂ ਕਰਤਾਰਪੁਰ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਪਟੀਸ਼ਨ ਲਿਖੀ ਸੀਗੀ, ਸਰਕਾਰਾਂ ਨੂੰ ਗੁਜ਼ਾਰਿਸ਼ ਕੀਤੀ ਸੀਗੀ ਕਿ ਕਰਤਾਰਪੁਰ ਨੂੰ ਉਵੇਂ ਹੀ ਰਹਿਣ ਦਿੱਤਾ ਜਾਏ, ਜਾਂ ਫਿਰ ਐਟਲੀਸਟ ਕੁਦਰਤੀ ਤੌਰ 'ਤੇ 100 ਕੁ ਏਕੜ ਖੇਤ ਰਾਖਵੇਂ ਰੱਖਣ ਜਾਣ, ਕਿਉਂਕਿ ਆਪਾਂ ਕਹਿੰਦੇ ਆ ਕਿ ਗੁਰੂ ਸਾਹਿਬ ਨੇ 100 ਏਕੜ ਤੋਂ ਉੱਥੇ ਖੇਤੀ ਸ਼ੁਰੂ ਕੀਤੀ ਸੀ, ਅਤੇ 18 ਸਾਲ ਗੁਰੂ ਸਾਹਿਬ ਨੇ ਉੱਥੇ ਕਿਰਤ ਦਾ ਸੁਨੇਹਾ ਦਿੱਤਾ, ਆਪਣੇ ਹੱਥੀਂ ਕੰਮ ਕਰਕੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ। ਅਤੇ ਕਰਤਾਰਪੁਰ ਸਾਡੇ ਵਾਸਤੇ ਇੱਕ ਟਕਸਾਲ ਹੈ, ਪਹਿਲੀ ਟਕਸਾਲ ਹੈ, ਬਿਲਕੁਲ ਪਹਿਲੀ ਧਰਮਸਾਲ ਹੈ, ਸਿੱਖੀ ਦੀ ਪਹਿਲੀ ਯੂਨੀਵਰਸਿਟੀ ਹੈ, ਸਿੱਖ ਐਥੋਸ ਦੀ ਜਿਹੜੀ ਹੈ, ਸਿੱਖ ਜਿਹੜੀ ਸਾਡੀ ਟੀਚਿੰਗਸ ਨੇ ਉਹਦੀ ਪਹਿਲੀ ਯੂਨੀਵਰਸਿਟੀ ਮੈਂ ਮੰਨਦੀ ਹਾਂ, ਅਤੇ ਉਹਨੂੰ ਉਸ ਤਰ੍ਹਾਂ ਸਿਰਜਿਆ ਜਾਵੇ। ਪਰ ਔਰ ਤੁਸੀਂ ਕਿਹਾ ਕਿ ਇੱਕ ਜਿਹੜਾ ਉਜਾੜਾ ਵੀ ਹੋਇਆ, ਲਾਂਘਾ ਵੀ ਖੁੱਲ੍ਹਿਆ, ਪਰ ਦੋਵੇਂ ਨਾਲ ਹੋ ਸਕਦੇ ਸੀਗੇ। ਲਾਂਘਾ ਵੀ ਖੁੱਲ੍ਹ ਸਕਦਾ ਸੀ ਔਰ ਕਰਤਾਰਪੁਰ ਨੇ ਸੋਹਣੇ ਤਰੀਕੇ ਦੇ ਨਾਲ ਡਿਵੈਲਪ ਕੀਤਾ ਜਾ ਸਕਦਾ ਸੀ ਕਿ ਜਿਵੇਂ ਕਿ ਗੁਰੂ ਸਾਹਿਬ ਨੇ ਸੋਚਿਆ ਹੋਵੇਗਾ, ਜਿਵੇਂ ਕਿ ਗੁਰੂ ਸਾਹਿਬ ਨੇ ਉਸਾਰਿਆ ਹੋਵੇਗਾ। ਅਤੇ ਜੇ ਉਹ ਕਰਦੇ ਤੇ ਦੁਨੀਆ ਭਰ ਵਿੱਚ ਇੱਕ ਮਾਡਲ ਤਿਆਰ ਹੁੰਦਾ। ਹੁਣ ਅੱਜ ਤੁਸੀਂ ਦੇਖੋ ਵੈਸਟ ਵਿੱਚ, ਜਿੱਦਾਂ ਅਮੈਰੀਕਾ ਵਿੱਚ, ਕਿਉਂਕਿ ਗ੍ਰੀਨ ਰੈਵੋਲਿਊਸ਼ਨ ਦੇ ਬਾਅਦ ਲੋਕਾਂ ਨੇ ਦੇਖ ਲਿਆ ਕਿ ਗ੍ਰੀਨ ਰੈਵੋਲਿਊਸ਼ਨ ਵਿੱਚ ਤਬਾਹੀ ਹੋਈ ਹੈ ਹਰ ਇਨਕਲਾਬ ਵਿੱਚ, ਅਤੇ ਹੁਣ ਜਿਹੜੀਆਂ ਉੱਥੇ ਸਸਟੇਨੇਬਲ ਕਮਿਊਨਿਟੀਜ਼ ਬਣ ਰਹੀਆਂ ਨੇ, ਜਿਹੜੀਆਂ ਕਿ ਖੇਤੀ ਦਾ ਜਿਹੜਾ ਲਾਹਾ ਹੈ ਉਹ ਕਿਸਾਨ ਨੂੰ ਜਾਵੇ, ਕੁਦਰਤੀ ਖੇਤੀ ਹੋਵੇ, ਸਾਰੇ ਮਿਲ ਵੰਡ ਕੇ ਉੱਥੇ ਕਿਰਤ ਕਰਨ ਔਰ ਨਾਲ ਉਹਦਾ ਫਲ ਛਕਣ, ਜਿਹੜਾ ਕਿ ਕਰਤਾਰਪੁਰ ਮਾਡਲ ਹੈ, ਉਹ ਦੁਨੀਆ ਵਿੱਚ ਹੁੰਦਾ ਜਾ ਰਿਹਾ, ਪਰ ਸਾਡੇ ਪੰਜਾਬ ਵਿੱਚ ਨਹੀਂ ਹੈ ਉਹ। ਉਸ ਤਰ੍ਹਾਂ ਹੀ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਵਾਸਤੂ ਕਲਾ ਔਰ ਸ਼ਿਲਪ ਕਲਾ ਦੇ ਉੱਪਰ ਇੰਨਾ ਧਿਆਨ ਦਿੱਤਾ, ਉਹਨਾਂ ਦੀ ਬਾਰਾਦਰੀਆਂ ਹਰ ਥਾਂ 'ਤੇ, ਉਹਨਾਂ ਨੇ ਗੁਰਦੁਆਰੇ ਹੀ ਨਹੀਂ, ਮੰਦਿਰਾਂ ਨੂੰ, ਮਸੀਤਾਂ ਨੂੰ ਗ੍ਰਾਂਟਸ ਦਿੱਤੀਆਂ, ਉਹਨਾਂ ਦੇ ਪ੍ਰੀਜ਼ਰਵੇਸ਼ਨ ਵਿੱਚ, ਉਹਨਾਂ ਦੀ ਦੇਖਭਾਲ ਵਿੱਚ, ਉਹਨਾਂ ਦੇ ਆਰਕੀਟੈਕਚਰ ਵਿੱਚ ਧਿਆਨ ਦਿੱਤਾ। ਅਸੀਂ ਉਹਨਾਂ ਨੂੰ ਢਾਹ ਕੇ ਲਹਿੰਦੇ ਪੰਜਾਬ ਵਿੱਚ ਸਾਰਾ ਕੁਝ ਸਾਡੇ ਬਾਬੇ ਢਾਹ ਕੇ ਉਹਨਾਂ ਨੂੰ ਨਵੀਆਂ ਇਮਾਰਤਾਂ ਬਣਾਈ ਜਾ ਰਹੇ ਨੇ। ਇਹ ਜਿੱਥੇ ਇਸ ਤਰ੍ਹਾਂ ਇੱਥੇ ਚਿੱਟੇ ਸੰਗਮਰਮਰ ਦੇ ਗੁਰਦੁਆਰੇ ਬਣੇ ਹੋਏ ਨੇ, ਉੱਥੇ ਉਹੀ ਕੰਮ ਹੋਣਾ ਸ਼ੁਰੂ ਹੋ ਗਿਆ ਔਰ ਬੜੀ ਤੇਜ਼ੀ ਨਾਲ ਹੋ ਰਿਹਾ। ਅਤੇ ਦੁੱਖ ਹੁੰਦਾ ਹੈ ਸਭ ਦੇਖ ਕੇ, ਲੱਗਦਾ ਹੈ ਕਿ ਸਾਡੀ ਸਿੱਖ ਸੰਸਥਾਵਾਂ ਕਿੱਥੇ ਨੇ, ਸਾਡੀ ਸੋਚ ਕਿੱਥੇ ਹੈ, ਸਾਡੇ ਆਗੂ ਕਿੱਥੇ ਨੇ, ਸਾਡੇ ਇੰਟਲੈਕਚੁਅਲਸ ਕਿੱਥੇ ਨੇ, ਦਾਨਿਸ਼ਮੰਦ ਕਿੱਥੇ ਨੇ, ਕਿਉਂ ਨਹੀਂ ਅਸੀਂ ਆਵਾਜ਼ ਚੁੱਕ ਸਕਦੇ? ਉਹ ਸਾਡੀ ਆਵਾਜ਼ ਜ਼ਰੂਰ ਸੁਣਨਗੇ, ਪਰ ਅਸੀਂ ਆਵਾਜ਼ ਮਿਲ ਕੇ ਉਠਾਈਏ ਤਾਂ, ਪਰ ਅਸੀਂ ਪਤਾ ਨਹੀਂ ਕਿੱਥੇ ਹਾਂ। ਬਿਲਕੁਲ। ਤੋ ਬੋਲੀ ਦੇ ਪੱਖੋਂ ਤੁਸੀਂ ਪੁੱਛਿਆ ਕਿ ਸੰਕਟ ਹੈ ਕੀ ਹੈ, ਅਤੇ ਮੈਨੂੰ ਲੱਗਦਾ ਹੈ ਕਿ 4 ਪੱਖ ਹੁੰਦੇ ਆ ਕਿ ਬੋਲੀ ਕਿਉਂ ਮਰਦੀ ਹੈ। ਹੁਣ ਤੁਸੀਂ ਯੂਨੈਸਕੋ ਦੀ ਰਿਸਰਚ ਦੱਸਦੀ ਹੈ ਕਿ ਦੁਨੀਆ ਵਿੱਚ 7000 ਬੋਲੀਆਂ ਨੇ, ਉਹਦੇ ਵਿੱਚ 1/3 ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਬੋਲਣ ਵਾਲੇ 1000 ਤੋਂ ਵੀ ਘੱਟ ਬੰਦੇ ਬਚੇ ਨੇ, ਅਤੇ ਉਹਦੇ ਵਿੱਚ 40% ਨੇ ਮੁੱਕਣਾ ਹੀ ਹੈ ਔਰ ਹੁਣੇ ਹੀ ਮੁੱਕਣਾ ਹੈ। ਹਰ 15 ਦਿਨ ਇੱਕ ਬੋਲੀ ਮੁੱਕਦੀ ਹੈ, ਅਤੇ ਆਪਾਂ ਸੋਚਦੇ ਹਾਂ ਕਿ ਪੰਜਾਬੀ ਬੋਲੀ ਨੂੰ ਵੀ ਇਹ ਖਤਰਾ ਦਰਪੇਸ਼ ਹੈ ਕਿ ਉਹ ਮੁੱਕ ਜਾਏਗੀ, ਅਤੇ ਉਹਦਾ ਜਵਾਬ ਲੋਕ ਕਹਿੰਦੇ 12 ਕਰੋੜ ਲੋਕ ਪੰਜਾਬੀ ਬੋਲਦਾ ਹੈ, ਅਤੇ ਪੰਜਾਬੀ ਕਿਵੇਂ ਮੁੱਕ ਜਾਏਗੀ? ਪਰ ਮੈਨੂੰ ਲੱਗਦਾ ਹੈ ਇਹ ਖਤਰਾ ਜਿਹੜਾ ਹੈ ਉਹ ਬਹੁਤ ਅਸਲੀ ਹੈ, ਕਿਉਂਕਿ ਤੁਸੀਂ ਆਪਣੀ ਨਵੀਂ ਪੀੜ੍ਹੀਆਂ ਨੂੰ ਦੇਖੋ। ਮੈਂ ਆਪਣੇ ਭੈਣ ਭਰਾਵਾਂ ਨੂੰ ਦੇਖਦੀ ਹਾਂ, ਉਹਨਾਂ ਦੇ ਬੱਚਿਆਂ ਨੂੰ ਦੇਖਦੀ ਹਾਂ, ਪੰਜਾਬੀ ਬੋਲੀ ਮਰ ਚੁੱਕੀ ਹੈ ਉਹਨਾਂ ਦੀ ਪੀੜ੍ਹੀਆਂ ਵਾਸਤੇ। ਪ੍ਰਵਾਸੀਆਂ ਨੂੰ ਮੈਂ ਦੇਖਦੀ ਹਾਂ
ਜਿਹੜੇ ਕਿ ਪਿੰਡੋਂ ਵੀ ਉੱਠ ਕੇ ਆਏ ਨੇ, ਉਹਨਾਂ ਦੇ ਬੱਚਿਆਂ ਵਾਸਤੇ ਪੰਜਾਬੀ ਬੋਲੀ ਮਰ ਚੁੱਕੀ ਹੈ। ਸੋ ਸਾਡੀ ਜਿਹੜਾ ਪ੍ਰਵਾਸ ਤਾਂ ਤੁਸੀਂ ਦੇਖੋ ਨਾ ਕਿੰਨਾ ਵੱਡਾ ਕਾਰਨ ਹੈ ਸਾਡੀ ਬੋਲੀ ਦੇ ਮਰਨ ਦਾ। ਹੋਰ ਕਹਿੰਦੇ ਕਿ 4 ਜਾਂ 5 ਕਾਰਨ ਹੁੰਦੇ ਕਿਸੇ ਬੋਲੀ ਦੇ ਮਰਨ ਦੇ। ਇਹ ਬੋਲੀਆਂ ਇਸ ਕਰਕੇ ਨਹੀਂ ਮਰਦੀਆਂ ਕਿ ਕੋਈ ਅਮੀਰ ਬੋਲੀ, ਕੋਈ ਜ਼ਿਆਦਾ ਅਮੀਰ ਬੋਲੀ ਉਹਦੀ ਥਾਂ ਲੈ ਲਵੇ, ਜਾਂ ਬੋਲੀ ਹਾਣ ਦੀ ਨਾ ਰਵੇ। ਬੋਲੀ ਇਸ ਕਰਕੇ ਮਰਦੀ ਹੈ ਕਿ ਉਸਨੂੰ ਬੋਲਣ ਵਾਲੇ, ਉਸਨੂੰ ਵਰਤਣ ਵਾਲੇ ਉਹਨੂੰ ਪਿੱਠ ਦਿਖਾ ਦੇਣ। ਬਿਲਕੁਲ। ਸੋ 4 ਕੁ ਕਾਰਨ ਦੱਸੇ ਜਾਂਦੇ ਨੇ। ਇੱਕ ਤੇ ਸਮਾਜਿਕ, ਇੱਕ ਸਿਆਸੀ ਦਬਾਅ, ਇੱਕ ਆਰਥਿਕ, ਇੱਕ ਪ੍ਰਵਾਸ, ਤੇ ਪਰ ਮੈਨੂੰ ਲੱਗਦਾ ਸਭ ਤੋਂ ਵੱਡਾ ਕਾਰਨ ਹੁੰਦਾ ਬੋਲੀ ਦੇ ਮਰਨ ਦਾ ਗੈਰ ਜ਼ਿੰਮੇਵਾਰੀ, ਸਾਡਾ ਬੋਲੀ ਨੂੰ ਪਿੱਠ ਦਿਖਾਣਾ। ਔਰ ਪੰਜਾਬੀ ਮੈਨੂੰ ਲੱਗਦਾ ਹੈ ਕਿ ਬਾਕੀ ਸਾਰੇ ਜਿਹੜੇ 4 ਕਾਰਨ ਦੱਸੇ ਜਾਂਦੇ ਆ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਪੰਜਾਬੀ ਬੋਲੀ ਕੋਈ ਆਫੀਸ਼ੀਅਲ ਲੈਂਗੁਏਜ ਨਹੀਂ ਸੀਗੀ। ਔਰ ਪਿਛਲੇ 5000 ਸਾਲਾਂ ਤੋਂ ਪੰਜਾਬੀ ਕਿੱਥੇ ਆਫੀਸ਼ੀਅਲ ਲੈਂਗੁਏਜ ਸੀਗੀ? ਹੁਣੇ ਆਪਣੇ ਚੜ੍ਹਦੇ ਪੰਜਾਬ ਵਿੱਚ ਹੋਈ ਹੈ, ਪਰ ਪੰਜਾਬੀ ਬੋਲੀ ਜਿਉਂਦੀ ਸੀ ਨਾ। ਔਰ ਉਹ ਇਸ ਕਰਕੇ ਕਿਉਂਕਿ ਅਸੀਂ ਬੋਲੀ ਨੂੰ ਪਿਆਰ ਕਰਦੇ ਸੀਗੇ। ਹੁਣ ਅਸੀਂ ਬੋਲੀ ਨੂੰ ਪਿਆਰ ਕਰਨੋਂ ਹਟ ਗਏ ਹਾਂ, ਤੇ ਸਿਰਫ ਸਾਨੂੰ ਇੱਕ ਕੰਮ ਕਰਨਾ ਪਏਗਾ ਕਿ ਬੋਲੀ ਦੇ ਨਾਲ ਫਿਰ ਤੋਂ ਪਿਆਰ ਪਾਈਏ ਤੇ ਬੋਲੀ ਜਿਉਂਦੀ ਰਹਿ ਸਕਦੀ ਹੈ ਸਾਡੀ। ਇਹ ਬੜਾ ਖੂਬਸੂਰਤ ਅਹਿਸਾਸ ਹੈ ਜਿਹੜਾ ਕਰ ਰਹੇ ਸਾਂ ਕਿ ਘੱਟੋ ਘੱਟ ਸਾਡੀਆਂ ਜਿਹੜੀਆਂ ਬੋਲੀਆਂ ਨੇ, ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਰੀਆਂ ਨੇ, ਉਹੀ ਸੰਭਾਲ ਲਓ ਤੇ ਪਹਿਲੀ ਗੁੜਤੀ ਤਾਂ ਉਹੀ ਹੈ। ਬਿਲਕੁਲ, ਹੈ ਨਾ। ਜਿਵੇਂ ਮੈਂ ਆਪਣੀ ਕੁੜੀ ਨੂੰ ਸਵਾਉਂਦਾ ਹੁੰਦਾ ਸਾਂ ਲੋਰੀ ਦੇ ਕੇ, ਤੇ ਉਹ ਲੋਰੀ ਉਹਨੂੰ ਵੀ ਅੱਜ ਉਵੇਂ ਯਾਦ ਹੈ। ਤੇ ਅੱਗੋਂ ਜਦੋਂ ਉਹਦਾ ਨਿੱਕਾ ਭਰਾ ਆਇਆ ਤੇ ਉਹਨੇ ਆਪਣੇ ਭਰਾ ਨੂੰ ਵੀ ਉਸੇ ਤਰ੍ਹਾਂ ਸੁਣਾਈਆਂ। ਬਿਲਕੁਲ। ਅੱਲੜ ਬੱਲੜ ਬਾਵੇ ਦਾ ਬਾਵਾ ਕਣਕ ਲਿਆਵੇਗਾ, ਬਾਵੀ ਬੈਠੀ ਛੱਟੇਗੀ, ਮਾਂ ਪੂਣੀਆਂ ਵੱਟੇਗੀ, ਬਾਵੀ ਮਨ ਪਕਾਵੇਗੀ, ਬਾਵਾ ਬੈਠਾ ਖਾਵੇਗਾ। ਤੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਨੇ, ਮਤਲਬ ਬਹੁਤ ਚਾਅ ਦੇ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਸਾਨੂੰ ਸੁਣਾਈਆਂ ਅਸੀਂ ਅੱਗੇ ਸੁਣਾਈਆਂ, ਇਸੇ ਤਰ੍ਹਾਂ ਹੀ ਲੋਰੀਆਂ ਬੋਲੀਆਂ ਆਬਾਦ ਰੱਖੀਏ ਤਾਂ ਸਾਡੀ ਹੋਂਦ ਵੀ ਆਬਾਦ ਰਹੇਗੀ। ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਅੱਜ ਖੁੱਲ੍ਹੀਆਂ ਗੱਲਾਂ ਬਾਤਾਂ ਕਰਨ ਦੇ ਲਈ। ਤੇ ਮੈਨੂੰ ਲੱਗਦਾ ਕਿ ਸਾਨੂੰ ਸੁਣਨ ਵਾਲੇ ਸਿਰਫ ਇਹਨਾਂ ਗੱਲਾਂ ਦੇ ਵਿੱਚ ਸ਼ਰੀਕ ਹੋ ਕੇ ਇਹਨਾਂ ਗੱਲਾਂ ਨੂੰ ਮਹਿਸੂਸ ਕਰਨ, ਤੇ ਉਹਦੇ ਵਿੱਚ ਹੀ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਮਿਲ ਜਾਣਗੇ। ਬਿਲਕੁਲ। ਇਹ ਕਿਸੇ ਨੂੰ ਤਾਨਾ ਮਿਹਣਾ ਨਹੀਂ ਆ, ਇਹ ਤਾਂ ਇਹੋ ਆ ਕਿ ਅਸੀਂ ਸਿਰਫ ਆਪਣਿਆਂ ਤੱਕ ਹੀ ਰੋਸ ਕਰ ਰਹੇ ਹਾਂ, ਤੇ ਉਸ ਰੋਸ ਨੂੰ ਸਮਝ ਲੈਣ ਤਾਂ ਮੈਨੂੰ ਲੱਗਦਾ ਬਿਹਤਰ ਚੀਜ਼ਾਂ ਹੋ ਸਕਦੀਆਂ ਨੇ। ਸਾਰੇ ਜਵਾਬ ਸਾਡੇ ਅੰਦਰ ਹੀ ਲੁਕੇ ਨੇ। ਬਿਲਕੁਲ। ਬਹੁਤ ਮਿਹਰਬਾਨੀ ਅੱਜ ਮੈਨੂੰ ਸੱਦਣ ਦੀ। ਹਾਂਜੀ, ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਸੱਦਿਆ ਤੇ ਆਪਣਾ ਟਾਈਮ ਕੱਢਿਆ ਸਾਡੇ ਲਈ।